ਸਤਿ ਸ਼੍ਰੀ ਅਕਾਲ ਜੀ। ਸਟੱਡੀ ਸਪੀਡ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆ 13 ਜਨਵਰੀ ਤੇ ਅੱਜ ਆ ਲੋਹੜੀ ਦਾ ਤਿਉਹਾਰ ਤੇ ਲੋਹੜੀ ਦੇ ਤਿਉਹਾਰ ਤੇ ਤੁਹਾਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ। ਇਹੀ ਕਾਮਨਾ ਕਰਦਾ ਵੀ ਇਹ ਲੋਹੜੀ ਦਾ ਤਿਉਹਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਿਆ ਰਹੇਗਾ ਤੇ ਜੋ ਤੁਹਾਡੀਆਂ ਸਾਰੀਆਂ ਸ਼ੁਭ ਇੱਛਾਵਾਂ ਨੇ ਉਹ ਪੂਰੀਆਂ ਹੋਣ। ਚਲੋ ਜੀ, ਇਸੇ ਕਾਮਨਾ ਨਾਲ ਆਪਾਂ ਅੱਜ ਦੇ ਲੈਕਚਰ ਦੀ ਸ਼ੁਰੂਆਤ ਕਰਦੇ ਹਾਂ। ਲਾਸਟ ਲੈਕਚਰ ਦੇ ਵਿੱਚ ਜੋ ਆਪਾਂ ਕੁਐਸਚਨ ਪੁੱਛੇ ਸੀ ਪਹਿਲਾਂ ਉਹ ਦੇਖਾਂਗੇ, ਫਿਰ ਉਸ ਤੋਂ ਬਾਅਦ ਜਾਣਾਂਗੇ ਉਹਨਾਂ ਦੇ ਆਨਸਰ ਤੇ ਉਸ ਤੋਂ ਬਾਅਦ ਦੇਖਾਂਗੇ ਵੀ ਕਿੰਨਾਂ ਤੋਂ ਆਪਾਂ ਨੂੰ ਇਹਨਾਂ ਦੇ ਆਨਸਰ ਪ੍ਰਾਪਤ ਹੋਇਆ ਜੀ। ਫਿਰ ਦੇਖਾਂਗੇ ਅੱਜ ਦੀ ਕਲਾਸ ਦੇ ਵਿੱਚ ਕਰੰਟ ਅਫੇਅਰ ਵਿੱਚ ਕੀ ਖਾਸ ਰਹਿਣ ਵਾਲਾ। ਇੱਕੋ ਇੱਕ ਬੇਨਤੀ ਹੈ ਵੀ ਜਿਹੜੇ ਚੈਨਲ ਤੇ ਨਵੇਂ ਹੁੰਦੇ ਆ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਜੀ ਤੇ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਤੁਹਾਨੂੰ ਡਿਸਲਾਈਕ ਕਰਨ ਦਾ ਵੀ ਪੂਰਾ ਹੱਕ ਹੈ। ਜੇ ਤੁਹਾਨੂੰ ਵੀਡੀਓ ਪਸੰਦ ਨਹੀਂ ਆਉਂਦੀ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ, ਪਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸ ਦਿਓ ਵੀ ਕਿੱਥੇ ਜੇ ਕਮੀਆਂ ਆਪਾਂ ਉਸ ਦੇ ਵਿੱਚ ਸੁਧਾਰ ਲਿਆਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਚਲੋ ਜੀ, ਅੱਜ ਦਾ ਜਿਹੜਾ ਲੈਕਚਰ ਆਪਾਂ ਸਟਾਰਟ ਕਰਦੇ ਹਾਂ। ਜੋ ਆਪਾਂ ਲਾਸਟ ਲੈਕਚਰ ਦੇ ਵਿੱਚ ਕੁਐਸਚਨ ਪੁੱਛੇ ਸੀ ਉਹ ਆਪਾਂ ਨੂੰ ਪ੍ਰਾਪਤ ਹੋਇਆ ਹਰਜੀਤ ਔਲਖ ਤੋਂ ਹੋਇਆ ਤੇ ਗੁਰਪ੍ਰੀਤ ਭੁੱਲਰ ਨੇ ਵੀ ਕੁਐਸਚਨ ਲਿਖੇ ਹੈ। ਕਿਉਂਕਿ ਮੈਂ ਲਾਸਟ ਲੈਕਚਰ ਦੇ ਵਿੱਚ ਕਿਹਾ ਸੀ ਜੋ ਵਿਚਾਲੇ ਆਪਾਂ ਕੁਐਸਚਨ ਪੁੱਛਦੇ ਹਾਂ ਉਹਨਾਂ ਦੇ ਕੁਐਸਚਨ ਜ਼ਰੂਰ ਲਿਖ ਦਿਆ ਕਰੋ ਤਾਂ ਕਿ ਮੈਨੂੰ ਦੂਜੇ ਦਿਨ ਜੋ ਕੁਐਸਚਨ ਪ੍ਰਾਪਤ ਹੋ ਸਕਣ ਤੇ ਉਹਨਾਂ ਦੇ ਆਪਾਂ ਆਨਸਰ ਹੈ ਜੋ ਡਿਸਕਸ ਕਰ ਸਕੀਏ। ਚਲੋ ਜੀ, ਹੁਣ ਆਪਾਂ ਦੇਖ ਲੈਂਦੇ ਹਾਂ ਜਿਹੜੇ ਆਪਾਂ ਲਾਸਟ ਲੈਕਚਰ ਦੇ ਵਿੱਚ ਕੁਐਸਚਨ ਪੁੱਛੇ ਸੀ। ਇੱਕ ਤਾਂ ਪੁੱਛਿਆ ਸੀ ਜੋ ਫਲੋਟਿੰਗ ਆਈਸਲੈਂਡ ਹੈ ਜੋ ਮਨੀਪੁਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਉਸ ਦਾ ਨਾਮ ਪੁੱਛਿਆ ਸੀ ਤੇ ਮਨੀਪੁਰ ਦੀ ਜੋ ਕੈਪੀਟਲ ਹੈ ਉਸ ਦਾ ਨਾਮ ਪੁੱਛਿਆ ਸੀ, ਮਨੀਪੁਰ ਦੇ ਸੀਐਮ ਦਾ ਨਾਮ ਪੁੱਛਿਆ ਸੀ ਤੇ 6th ਜੋ ਨੈਸ਼ਨਲ ਪਾਰਕ ਅਸਾਮ ਦਾ ਬਣਨ ਜਾ ਰਿਹਾ ਹੈ ਉਸ ਦਾ ਨਾਮ ਪੁੱਛਿਆ ਸੀਗਾ ਤੇ ਯੂਕੇ ਕਿਸ ਕਿਸ ਤੋਂ ਮਿਲ ਕੇ ਬਣਦਾ ਉਹ ਪੁੱਛਿਆ ਸੀ ਤੇ ਰਿਪਬਲਿਕ ਡੇ ਤੇ ਇਸ ਵਾਰ ਦੇ ਜੋ ਚੀਫ ਗੈਸਟ ਰਹਿਣ ਵਾਲੇ ਆ, ਠੀਕ ਹੈ, 2021 ਦੇ ਜੋ ਰਿਪਬਲਿਕ ਡੇ ਆ ਆਪਣਾ 26 ਜਨਵਰੀ ਨੂੰ, ਉਸ ਦਿਨ ਕੌਣ ਚੀਫ ਗੈਸਟ ਰਹਿਣ ਵਾਲੇ ਆ ਇਹ ਪੁੱਛਿਆ ਸੀ। ਚਲੋ ਜੀ, ਹੁਣ ਆਪਾਂ ਆਨਸਰ ਦੇਖ ਲੈਂਦੇ ਹਾਂ ਵੀ ਕਿਹੜੇ ਕਿਹੜੇ। ਇੱਕ ਮੈਂ ਸ਼ਾਇਦ 5 ਸਟਾਰ ਵਿਲੇਜ ਸਕੀਮ ਵੀ ਪੁੱਛਿਆ ਸੀ। 5 ਸਟਾਰ ਜੋ ਵਿਲੇਜ ਸਕੀਮ ਹੈ ਇਹ ਸਭ ਤੋਂ ਪਹਿਲਾਂ ਕਿਹੜੀ ਸਟੇਟ ਦੇ ਵਿੱਚ ਲਾਂਚ ਕੀਤੀ ਗਈ ਸੀ। ਚਲੋ ਜੀ, ਹੁਣ ਆਪਾਂ ਇਹਨਾਂ ਦੇ ਜੋ ਆਨਸਰ ਬਣਦੇ ਆ ਉਹ ਡਿਸਕਸ ਕਰ ਲੈਣੇ ਆ। ਜੋ ਫਲੋਟਿੰਗ ਆਈਸਲੈਂਡ ਆ ਮਨੀਪੁਰ ਦੇ ਵਿੱਚ ਉਸ ਦਾ ਨਾਮ ਫਮੁੰਦੀਸ ਦੇਖਣ ਨੂੰ ਮਿਲਦਾ ਤੇ ਜੋ ਮਨੀਪੁਰ ਦੀ ਕੈਪੀਟਲ ਹੈ ਇਹ ਇੰਫਲ ਦੇਖਣ ਨੂੰ ਮਿਲਦੀ ਹੈ ਤੇ ਜੋ ਮਨੀਪੁਰ ਦੇ ਸੀਐਮ ਨੇ ਇਹ ਐਨ ਬੀਰੇਨ ਸਿੰਘ ਜੀ ਹੈ ਤੇ 6th ਨੈਸ਼ਨਲ ਪਾਰਕ ਹੈ ਜੋ ਅਸਾਮ ਦੇ ਵਿੱਚ ਬਣ ਜਾ ਰਿਹਾ ਉਸ ਦਾ ਨਾਮ ਹੈ ਰਾਇਮੋਨਾ ਨੈਸ਼ਨਲ ਪਾਰਕ ਹੈ। ਠੀਕ ਹੈ ਜੀ, ਪਹਿਲਾਂ ਇੱਥੇ 5 ਨੈਸ਼ਨਲ ਪਾਰਕ ਸੀ ਤੇ ਇਹ 6th ਨੈਸ਼ਨਲ ਪਾਰਕ ਹੈ ਜੋ ਬਣ ਜਾ ਰਿਹਾ ਹੈ। ਯੂਕੇ, ਇੰਗਲੈਂਡ, ਸਕਾਟਲੈਂਡ, ਵੇਲਸ ਤੇ ਨਾਰਦਰਨ ਆਇਰਲੈਂਡ ਤੋਂ ਮਿਲ ਕੇ ਹੈ ਜੋ ਯੂਕੇ ਬਣਦਾ ਜੀ। ਤੇ ਰਿਪਬਲਿਕ ਡੇ ਤੇ ਇਸ ਵਾਰ ਦੇ ਜੋ ਚੀਫ ਗੈਸਟ ਰਹਿਣ ਵਾਲੇ ਆ ਚੰਦਰਿਕਾ ਸੰਤੋਖੀ ਰਹਿਣ ਵਾਲੇ ਆ। ਠੀਕ ਹੈ, ਚੰਦਰਿਕਾ ਪ੍ਰਸਾਦ ਸੰਤੋਖੀ ਰਹਿਣ ਵਾਲੇ ਆ। ਪਹਿਲਾਂ ਤਾਂ ਆਪਾਂ ਇਹਨਾਂ ਅਬਾਊਟ ਜੋ ਇੰਪੋਰਟੈਂਟ ਗੱਲਾਂ ਇੱਥੇ ਹੀ ਸਾਂਝੀਆਂ ਕਰ ਲੈਂਦੇ ਹਾਂ। ਕੌਣ ਹੈ ਇਹ ਦੇਖਣ ਨੂੰ ਮਿਲਦੇ ਆ ਜੋ ਸੁਰੀਨਾਮੇ ਇੱਕ ਛੋਟੀ ਜਿਹੀ ਕੰਟਰੀ ਹੈ ਉੱਥੋਂ ਦੇ ਪ੍ਰੈਜ਼ੀਡੈਂਟ ਨੇ। ਠੀਕ ਹੈ ਜੀ, ਤੇ ਹੋਰ ਇਹਨਾਂ ਅਬਾਊਟ ਕੀ ਇੰਪੋਰਟੈਂਟ ਗੱਲ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਹੈ। ਇਹ ਫਸਟ ਇੰਡੀਅਨ ਓਰੀਜਨ ਦੇ ਪਰਸਨ ਹੈ। ਆਪਾਂ ਥੋੜ੍ਹਾ ਟਾਈਮ ਪਹਿਲਾਂ ਇੱਕ ਕਰਿਆ ਸੀਗਾ ਜੋ ਨਿਊਜ਼ੀਲੈਂਡ ਦੇ ਸੀ, ਠੀਕ ਹੈ, ਗੌਰਵ ਕਰਕੇ ਉਹਨਾਂ ਦਾ ਨਾਮ ਸੀਗਾ। ਉਹਨਾਂ ਨੇ ਕੀ ਹੈ ਸੰਸਕ੍ਰਿਤ ਦੇ ਵਿੱਚ ਹੈ ਓਥ ਚੱਕੀ ਸੀਗੀ। ਠੀਕ ਹੈ, ਉਹ ਨਿਊਜ਼ੀਲੈਂਡ ਦੀ ਕਾਹਦੇ ਵਿੱਚ ਸੀ, ਨਿਊਜ਼ੀਲੈਂਡ ਦੇ MP ਸੀ। ਠੀਕ ਹੈ, MP ਵਜੋਂ ਕਾਹਦੇ ਵਿੱਚ, ਸੰਸਕ੍ਰਿਤ ਦੇ ਵਿੱਚ ਜਿਹੜੀ ਉਸ ਚੱਕੀ ਸੀ। ਇਹ ਸੈਕਿੰਡ ਪਰਸਨ ਬਣੇ ਸੀਗੇ। ਠੀਕ ਹੈ, ਇੰਡੀਅਨ ਓਰੀਜਨ ਦੇ ਪਹਿਲਾਂ ਇੱਦਾਂ ਦੇ ਕਰਨ ਵਾਲੇ। ਇੱਦਾਂ ਹੀ ਜੋ ਫਸਟ ਇੰਡੀਅਨ ਓਰੀਜਨ ਦੇ, ਠੀਕ ਹੈ ਜੀ, ਓਰੀਜਨ ਦੇ ਜੋ ਲੀਡਰ ਹੈ ਸੰਸਕ੍ਰਿਤ ਦੇ ਵਿੱਚ ਓਥ ਲੈਣ ਵਾਲੇ ਇੰਡੀਅਨ ਓਰੀਜਨ ਦੇ ਇਹ ਪਹਿਲੇ ਪਰਸਨ ਸੀ ਸੁਰੀਨਾਮੇ ਦੇ ਜੋ ਪ੍ਰੈਜ਼ੀਡੈਂਟ ਨੇ। ਠੀਕ ਹੈ ਜੀ, ਕੌਣ ਨੇ, ਚੰਦਰਿਕਾ ਪ੍ਰਸਾਦ ਸੰਤੋਖੀ। ਤੇ ਇਹੀ ਇਹਨਾਂ ਅਬਾਊਟ ਪੁੱਛਿਆ ਜਾ ਸਕਦਾ ਤੇ ਇਸ ਵਾਰ ਦਾ ਜੋ ਆਪਣਾ ਪ੍ਰਵਾਸੀ ਭਾਰਤੀਆ ਸਨਮਾਨ ਅਵਾਰਡ ਸੀ ਉਹ ਵੀ ਇਹਨਾਂ ਨੂੰ ਗਿਆ। ਇਹ ਵੀ ਇੰਪੋਰਟੈਂਟ ਗੱਲ ਹੈ ਵੀ 2021 ਦਾ ਜੋ ਪ੍ਰਵਾਸੀ ਭਾਰਤੀਆ ਸਨਮਾਨ ਅਵਾਰਡ ਹੈ ਉਹ ਵੀ ਇਹਨਾਂ ਨੂੰ ਗਿਆ। ਤੇ ਜੋ ਪ੍ਰਵਾਸੀ ਭਾਰਤੀਆ ਆਪਾਂ ਦਿਵਸ ਸੈਲੀਬ੍ਰੇਟ ਕਰਦੇ ਹਾਂ 9 ਜਿਹੜਾ ਹੈਗਾ ਜਨਵਰੀ ਨੂੰ ਕਰਦੇ ਹਾਂ। ਇਸ ਦਿਨ ਹੀ ਹੈ ਜੋ ਮਹਾਤਮਾ ਗਾਂਧੀ ਜੀ ਸਾਊਥ ਅਫਰੀਕਾ ਤੋਂ ਵਾਪਸ ਆਏ ਸੀ ਇੰਡੀਆ ਦੇ ਵਿੱਚ। ਠੀਕ ਹੈ ਜੀ, 9 ਜਨਵਰੀ ਨੂੰ। ਤੇ ਇਹ ਇੰਪੋਰਟੈਂਟ ਹੈ ਤਾਂ ਕਰਕੇ ਸੈਲੀਬ੍ਰੇਟ ਕਰਦੇ ਹਾਂ ਆਪਾਂ ਪ੍ਰਵਾਸੀ ਭਾਰਤੀਆ ਦਿਵਸ 9 ਜਨਵਰੀ ਨੂੰ। ਤੇ ਇਹ ਅਵਾਰਡ ਵੀ ਦਿੱਤੇ ਗਏ ਆ ਤੇ ਇਹ ਅਵਾਰਡ ਅਬਾਊਟ ਵੀ ਆਪਾਂ ਨਿਊਜ਼ ਰੱਖੀ ਹੈ ਉਹ ਵੀ ਡਿਸਕਸ ਕਰ ਲਾਂਗੇ। ਠੀਕ ਹੈ ਜੀ, ਤੇ ਜੋ 5 ਸਟਾਰ ਵਿਲੇਜ ਸਕੀਮ ਹੈ ਇਹ ਸਭ ਤੋਂ ਪਹਿਲਾਂ ਕਿੱਥੇ, ਮਹਾਰਾਸ਼ਟਰ ਦੇ ਵਿੱਚ ਹੈ ਜੋ ਲਾਂਚ ਕੀਤੀ ਗਈ ਸੀ। ਉਸ ਤੋਂ ਬਾਅਦ ਇਸ ਨੂੰ ਉੱਤਰਾਖੰਡ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ। ਤੇ ਜੋ ਇਹ 5 ਸਟਾਰ ਵਿਲੇਜ ਸਕੀਮ ਹੈ ਇਹ ਕਿਹੜੇ ਡਿਪਾਰਟਮੈਂਟ ਦੁਆਰਾ ਲਾਂਚ ਕੀਤੀ ਗਈ ਸੀ ਤਾਂ ਇਹ ਜੋ ਆਪਣੇ ਇੰਡੀਆ ਦਾ ਪੋਸਟ ਆਫਿਸ ਹੈ, ਠੀਕ ਹੈ, ਪੋਸਟ ਆਫਿਸ ਵਾਲਾ ਜੋ ਡਿਪਾਰਟਮੈਂਟ ਹੈ ਉਸ ਨੇ ਇਹ ਸਕੀਮ ਹੈ ਜਿਹੜੀ ਲਾਂਚ ਕੀਤੀ ਸੀ 5 ਸਟਾਰ ਵਿਲੇਜ ਸਕੀਮ। ਠੀਕ ਹੈ ਜੀ, ਇਹ ਸੀਗੇ ਲਾਸਟ ਲੈਕਚਰ ਦੇ ਵਿੱਚ ਜੋ ਆਪਾਂ ਕੁਐਸਚਨ ਪੁੱਛੇ ਤੇ ਉਹਨਾਂ ਦੇ ਆਪਾਂ ਆਨਸਰ ਵੀ ਜਾਣ ਲਿਆ। ਹੁਣ ਚਲੋ ਜੀ ਆਪਾਂ ਨੈਕਸਟ ਚੱਲਦੇ ਹਾਂ।
ਕੱਲ ਆਪਣਾ ਜੋ ਲੈਕਚਰ ਹੈ ਕਿਸੇ ਕਾਰਨਵਸ਼ ਆ ਨਹੀਂ ਸਕਿਆ, ਤਾਂ ਕਰਕੇ ਕੱਲ੍ਹ ਦੀਆਂ ਨਿਊਜ਼ ਵੀ ਆਪਾਂ ਅੱਜ ਹੀ ਡਿਸਕਸ ਕਰ ਲਾਂਗੇ। ਜੋ 12 ਜਨਵਰੀ ਨੂੰ ਇੰਪੋਰਟੈਂਟ ਡੇ ਹੈ ਜੋ ਸੈਲੀਬ੍ਰੇਟ ਕੀਤਾ ਜਾਂਦਾ ਉਹ ਹੈ ਨੈਸ਼ਨਲ ਯੂਥ ਡੇ ਹੈ, ਜੋ ਹਰ ਸਾਲ ਹੈ 12 ਜਨਵਰੀ ਨੂੰ ਦੇਖਣ ਨੂੰ ਮਿਲਦਾ ਹੈ। ਇਹ ਪਹਿਲੀ ਵਾਰ ਕਦੋਂ ਡਿਕਲੇਅਰ ਕੀਤਾ ਗਿਆ ਸੀ? 1984 ਤੇ ਹੈ। 1984 ਨੂੰ ਗੌਰਮੈਂਟ ਆਫ ਇੰਡੀਆ ਨੇ ਡਿਕਲੇਅਰ ਕਰਤਾ ਸੀ ਇਹ ਐਜ਼ ਅ ਨੈਸ਼ਨਲ ਯੂਥ ਡੇ ਹੈ, ਇਹ ਡਿਕਲੇਅਰ ਕਰਦਾ ਸੀ। ਤੇ 1985 ਤੋਂ ਲੈ ਕੇ ਆਪਾਂ ਇਹ ਈਵੈਂਟ ਹੈ ਜੋ ਹਰ ਸਾਲ ਹੈ ਸੈਲੀਬ੍ਰੇਟ ਕਰਦੇ ਆ ਰਹੇ ਹਾਂ। ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿਹਨਾਂ ਦੀ ਯਾਦ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ, ਤਾਂ ਬਹੁਤ ਹੀ ਮਹਾਨ ਸ਼ਖਸੀਅਤ ਹੈ, ਠੀਕ ਹੈ ਜੀ, ਸਵਾਮੀ ਵਿਵੇਕਾਨੰਦ ਜੀ। ਇਹ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ, ਇਹ ਨੇ ਸਵਾਮੀ ਵਿਵੇਕਾਨੰਦ ਜੀ, ਬਹੁਤ ਹੀ ਮਹਾਨ ਸ਼ਖਸੀਅਤ ਨੇ। ਤੁਸੀਂ ਇਹਨਾਂ ਅਬਾਊਟ ਜਾ ਕੇ ਪੜ੍ਹ ਸਕਦੇ ਹੋ, ਬਹੁਤ ਕੁਝ ਜਿਹੜੇ ਹੈਗੀ ਆ ਦੇਖਣ ਨੂੰ ਮਿਲੂਗਾ ਕਿ ਕਿਵੇਂ ਦੇ ਇਹ ਇਨਸਾਨ ਸੀਗੇ, ਠੀਕ ਹੈ। ਮੈਂ ਵੀ ਪੜ੍ਹਿਆ ਪਰ ਮੈਂ ਇੰਨਾ ਡਿਟੇਲ ਦੇ ਵਿੱਚ ਤਾਂ ਨਹੀਂ ਪੜ੍ਹਿਆ, ਪਰ ਫਿਰ ਵੀ ਜਿੰਨਾ ਵੀ ਇਹਨਾਂ ਅਬਾਊਟ ਪੜ੍ਹਿਆ, ਬਹੁਤ ਹੀ ਇੱਕ ਹਿਸਾਬ ਦੇ ਆਪਾਂ ਕਹਿ ਦਈਏ ਇਹਨਾਂ ਨੂੰ ਸੁਣਿਆ ਜਾਂਦਾ ਵੀ ਵਿਜ਼ਨ ਆਉਂਦੇ ਸੀ, ਠੀਕ ਹੈ। ਜੋ ਟੈਸਲਾ ਸੀ, ਟੈਸਲਾ ਨੂੰ ਤੁਸੀਂ ਜਾਣਦੇ ਹੋਵੋਗੇ, ਜਿਸ ਨੇ ਅਲਟਰਨੇਟ ਕਰੰਟ ਦੀ ਜਿਹੜੀ ਹੈਗੀ ਆ ਖੋਜ ਕੀਤੀ ਸੀ ਆਪਾਂ ਕਹਿ ਦਈਏ, ਤਾਂ ਉਹਨਾਂ ਨੇ ਵੀ ਜਿਹੜਾ ਹੈਗਾ ਉਹ ਇਹਨਾਂ ਤੋਂ ਇੰਸਪਾਇਰ ਸੀਗੇ, ਠੀਕ ਹੈ। ਇੱਕ ਹਿਸਾਬ ਨਾਲ ਆਪਾਂ ਕਹੀਏ ਵੀ ਇਹਨਾਂ ਤੋਂ ਇੰਸਪਾਇਰ ਸੀ ਸਵਾਮੀ ਵਿਵੇਕਾਨੰਦ ਜੀ ਤੋਂ, ਅਤੇ ਇਹਨਾਂ ਨਾਲ ਗੱਲਬਾਤ ਕਰਨ ਵੀ ਆਏ ਸੀ। ਚਲੋ ਜੀ, ਆਪਾਂ ਹੁਣ ਇੰਪੋਰਟੈਂਟ ਗੱਲਾਂ ਦੇਖ ਲੈਂਦੇ ਹਾਂ ਜਿਹੜੀਆਂ ਆਪਣੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ। ਸਵਾਮੀ ਵਿਵੇਕਾਨੰਦ ਜੀ ਦਾ ਜਨਮ ਹੋਇਆ ਸੀ 12 ਜਨਵਰੀ 1863 ਈਸਵੀ ਦੇ ਵਿੱਚ ਕਲਕੱਤਾ ਵਿੱਚ, ਠੀਕ ਹੈ। ਕਲਕੱਤਾ ਵਿਖੇ ਇਹਨਾਂ ਦਾ ਕੀ ਹੋਇਆ, ਜਨਮ ਹੋਇਆ। ਅਤੇ ਇਸ ਵਾਰ ਦੀ ਜੋ ਥੀਮ ਹੈ ਕੀ ਦੇਖਣ ਨੂੰ ਮਿਲ ਰਹੀ ਹੈ ਨੈਸ਼ਨਲ ਯੂਥ ਡੇ ਦੀ? युवा उत्सव नए भारत का, ठीक है जी, युवा उत्सव नए भारत का, ਇਹ ਇਸ ਵਾਰ ਦੀ ਥੀਮ ਦੇਖਣ ਨੂੰ ਮਿਲ ਰਹੀ ਹੈ। ਅਤੇ ਇਹਨਾਂ ਦਾ ਰੀਅਲ ਨਾਮ ਕੀ ਸੀ? ਮਤਲਬ ਕਿ ਸਵਾਮੀ ਵਿਵੇਕਾਨੰਦ ਤਾਂ ਇਹਨਾਂ ਦਾ ਜਾ ਕੇ ਬਾਅਦ 'ਚ ਨਾਮ ਪੈਂਦਾ, ਪਹਿਲਾਂ ਇਹਨਾਂ ਦਾ ਨਾਮ ਸੀਗਾ ਨਰਿੰਦਰ ਨਾਥ ਦੱਤ ਹੈ, ਜੋ ਇਹਨਾਂ ਦਾ ਪਹਿਲਾ ਨਾਮ ਦੇਖਣ ਨੂੰ ਮਿਲਦਾ ਸੀ। ਅਤੇ ਇਹ ਇਹਨਾਂ ਦੀ ਮੌਤ ਕਿੰਨੇ ਵਿੱਚ ਹੋਈ ਹੈ? 4 ਜੁਲਾਈ 1902 ਨੂੰ, ਠੀਕ ਹੈ ਜੀ, 39 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ। ਅਤੇ ਇਹਨਾਂ ਦੇ ਜੋ ਲਿਟਰੇਰੀ ਵਰਕ ਨੇ ਉਹ ਦੇਖ ਲੈਂਦੇ ਹਾਂ। ਰਾਜਾ ਭੋਗ ਰਾਜਾ ਯੋਗ, ਕਰਮ ਯੋਗ, ਠੀਕ ਹੈ ਜੀ, ਭਗਤੀ ਯੋਗਾ, ਠੀਕ ਹੈ। ਇਹ ਇਹਨਾਂ ਦੇ ਕੀ ਦੇਖਣ ਨੂੰ ਮਿਲਦੇ ਆ? ਲਿਟਰੇਰੀ ਵਰਕ ਦੇਖਣ ਨੂੰ ਮਿਲਦੇ ਆ। ਅਤੇ ਜੋ ਇਹਨਾਂ ਦੇ ਗੁਰੂ ਸੀ, ਕਿਹਨਾਂ ਨੂੰ ਮੰਨਿਆ ਜਾਂਦਾ, ਠੀਕ ਹੈ, ਇੱਕ ਹਿਸਾਬ ਦੇ ਆਪਾਂ ਕਹਿ ਸਕਦੇ ਹਾਂ ਵੀ ਇਹ ਗੁਰੂ ਸੀ ਇਹਨਾਂ ਦੇ। ਕੌਣ ਸੀ? ਰਾਮਾ ਕ੍ਰਿਸ਼ਨਾ ਪਰਮਹੰਸ, ਜੋ ਇਹਨਾਂ ਦੇ ਕੀ ਦੇਖਣ ਨੂੰ ਮਿਲਦੇ ਸੀ? ਗੁਰੂ ਸੀਗੇ। ਚਲੋ ਜੀ, ਇਹ ਸੀਗਾ ਆਪਣਾ ਇੰਪੋਰਟੈਂਟ ਡੇ ਜੋ 12 ਜਨਵਰੀ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ ਐਜ਼ ਅ ਨੈਸ਼ਨਲ ਯੂਥ ਡੇ ਦੇ ਰੂਪ ਦੇ ਵਿੱਚ। ਚਲੋ ਜੀ, ਹੁਣ ਆਪਾਂ ਆਪਣੇ ਨੈਕਸਟ ਜੋ ਆਪਣੀ ਇੰਪੋਰਟੈਂਟ ਨਿਊਜ਼ ਆ ਉਸ 'ਤੇ ਚੱਲਦੇ ਹਾਂ, ਦੇਖਦੇ ਹਾਂ ਕੀ ਖਾਸ ਹੈ। ਜੋ ਗਡਕਰੀ ਜੀ ਹੈ, ਇਹਨਾਂ ਨੇ ਲਾਂਚ ਕੀਤਾ ਖਾਦੀ ਪ੍ਰਾਕ੍ਰਿਤਿਕ ਪੇਂਟ, ਠੀਕ ਹੈ ਜੀ। ਇਹ ਜੋ ਹੱਥਾਂ ਵਿੱਚ ਫੜਿਆ ਹੋਇਆ ਇਹ ਖਾਦੀ ਪ੍ਰਾਕ੍ਰਿਤਿਕ ਪੇਂਟ ਹੈ। ਇਸ ਦੇ ਵਿੱਚ ਇਹੋ ਜਿਹਾ ਕੀ ਖਾਸ ਹੈ ਜੋ ਆਪਾਂ ਨੂੰ ਨਿਊਜ਼ ਦੇ ਵਿੱਚ ਰੱਖਣਾ ਪੈ ਗਿਆ? ਚਲੋ ਜੀ, ਉਹ ਡਿਸਕਸ ਕਰਦੇ ਹਾਂ। ਜੋ ਆਪਣੇ ਯੂਨੀਅਨ ਮਿਨਿਸਟਰ ਫॉर ਰੋਡ ਟਰਾਂਸਪੋਰਟ ਐਂਡ ਹਾਈਵੇ ਦੇ ਆ, ਅਤੇ MSME ਦੇ ਵੀ ਇਹੀ ਦੇਖਣ ਨੂੰ ਮਿਲਦੇ ਆ। ਪਹਿਲਾਂ ਤਾਂ ਤੁਹਾਨੂੰ ਜੋ MSME ਹੈ ਇਹ ਕਲੀਅਰ ਕਰਦਾ ਵੀ ਇਸ ਦੀ ਫੁੱਲ ਫਾਰਮ ਕੀ ਹੁੰਦੀ ਹੈ, ਠੀਕ ਹੈ ਜੀ। ਇਸ ਦੀ ਫੁੱਲ ਫਾਰਮ ਹੁੰਦੀ ਆ ਜਿਹੜੀ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼, ਠੀਕ ਹੈ ਜੀ। ਇਸ ਦੀ ਫੁੱਲ ਫਾਰਮ ਦੇਖਣ ਨੂੰ ਮਿਲਦੀ ਹੈ। ਇਹ ਵੀ ਇੱਕ ਹਿਸਾਬ ਦੀ ਮਿਨਿਸਟਰੀ, ਇਹ ਵੀ ਜੋ ਮਿਨਿਸਟਰੀ ਹੈ ਇਹ ਕਿੰਨਾਂ ਦੇ ਅੰਡਰ ਹੈ? ਇਹ ਵੀ ਨਿਤਿਨ ਗਡਕਰੀ ਜੀ ਕੋਲ ਹੈ। ਅਤੇ ਰੋਡ ਟਰਾਂਸਪੋਰਟ ਦੀ ਜਿਹੜੀ ਮਿਨਿਸਟਰੀ ਹੈ ਇਹ ਵੀ ਨਿਤਿਨ ਗਡਕਰੀ ਜੀ ਕੋਲ ਦੇਖਣ ਨੂੰ ਮਿਲਦੀ ਹੈ। ਹੁਣ ਆਪਾਂ ਇਸ ਪੇਂਟ ਅਬਾਊਟ ਗੱਲ ਕਰ ਦਿੰਦੇ ਹਾਂ। ਅਤੇ ਜੋ ਇਹ ਕੀ ਹੈ, ਇਹ ਕਿਸ ਟਾਈਪ ਦਾ ਜੋ ਇਹ ਪੇਂਟ ਹੈ, ਪਹਿਲਾਂ ਤਾਂ ਇਹ ਦੇਖ ਲੈਂਦੇ ਹਾਂ। ਇਹ ਈਕੋ ਫਰੈਂਡਲੀ ਹੈ, ਨੋਨ ਟਾਕਸਿਕ ਪੇਂਟ ਹੈ, ਅਤੇ ਇਸ ਨੂੰ ਕੀ ਕਿਹਾ ਜਾ ਰਿਹਾ ਹੈ? ਖਾਦੀ ਪ੍ਰਾਕ੍ਰਿਤਿਕ ਪੇਂਟ ਕਿਹਾ ਜਾ ਰਿਹਾ, ਠੀਕ ਹੈ ਜੀ। ਵੀ ਇਸ 'ਤੇ ਬੈਕਟੀਰੀਆ ਵਗੈਰਾ ਜੋ ਉਹ ਨਹੀਂ ਲੱਗਦੇ, ਠੀਕ ਹੈ। ਇੱਦਾਂ ਦਾ ਜਿਹੜਾ ਹੈਗਾ ਇਹ ਪੇਂਟ ਦੇਖਣ ਨੂੰ ਮਿਲ ਰਿਹਾ। ਅਤੇ ਇਹ ਬਣਿਆ ਕਾਸ ਤੋਂ? ਮਤਲਬ ਇਸ ਦਾ ਬੇਸ ਜੋ ਇਨਗਰੀਡੀਅੰਟ ਹੈ, ਇਸ ਦਾ ਜੋ ਬੇਸ ਮਟੀਰੀਅਲ ਹੈ ਉਹ ਕੀ ਹੈ? ਕਾਓ ਦਾ ਡੰਗ, ਠੀਕ ਹੈ। ਕਾਓ ਡੰਗ ਯਾਨੀ ਕਿ ਕਾਓ ਦਾ ਕੀ? ਗੋਬਰ, ਠੀਕ ਹੈ ਜੀ। ਗੋਬਰ ਇਸ ਦਾ ਜੋ ਕੀ ਹੈ ਮੇਨ ਇਨਗਰੀਡੀਅੰਟ ਹੈ। ਅਤੇ ਹੁਣ ਆਪਾਂ ਇੱਥੇ ਜੋ ਇਸ ਈਵੈਂਟ ਦੇ ਵਿੱਚ ਇੱਕ ਤਾਂ ਨਿਤਿਨ ਗਡਕਰੀ ਜੀ ਵੀ ਸ਼ਾਮਿਲ ਸੀ, ਅਤੇ ਇੱਕ ਜੋ KYIC ਹੈ ਇਸ ਦੇ ਵੀ ਚੇਅਰਮੈਨ ਸ਼ਾਮਿਲ ਸੀ। ਥੋੜ੍ਹਾ ਜਿਹਾ KYIC ਅਬਾਊਟ ਵੀ ਆਪਾਂ ਗੱਲਬਾਤ ਹੈ ਜੋ ਸਾਂਝੀ ਕਰ ਲਾਂਗੇ। ਸਿੱਧਾ ਹੋ ਸਕਦਾ ਵੀ ਇਸ ਦੇ ਨਾਲ ਰਿਲੇਟਡ ਕੋਈ ਨਾ ਕੋਈ ਕੁਐਸਚਨ ਬਣ ਜੇ, ਆਪਾਂ ਉਸ ਅਬਾਊਟ ਵੀ ਗੱਲ ਕਰਾਂਗੇ। ਪਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਗੋਬਰ ਦਾ ਜਿਹੜਾ ਹੈਗਾ ਕਾਓ ਦਾ ਡੰਕ ਹੈ। ਇਸ ਤੋਂ ਇੱਕ ਤੁਹਾਨੂੰ ਗੱਲ ਯਾਦ ਆਉਣੀ ਚਾਹੀਦੀ ਹੈ, ਇੱਕ ਚਿੱਪ ਵੀ ਰਿਲੀਜ਼ ਕੀਤੀ ਗਈ ਸੀ ਜਿਹੜੀ ਕਿ ਜਿਹੜੇ ਆਪਣੇ ਰਾਸ਼ਟਰੀ ਕਾਮਧੇਨੂ ਆਯੋਗ ਬਣਾਇਆ ਸੀ, ਠੀਕ ਹੈ, ਫਰਵਰੀ 2019 ਦੇ ਵਿੱਚ। ਉਸ ਦੇ ਚੇਅਰਮੈਨ ਦੁਆਰਾ ਇੱਕ ਚਿੱਪ ਵੀ ਲਾਂਚ ਕਰੀ ਗਈ ਸੀ, ਆਪਾਂ ਦੇਖਿਆ ਸੀ
शायद अक्टूबर नवंबर ਦੇ ਵਿੱਚ ਆਪਾਂ ਇਹ ਨਿਊਜ਼ ਡਿਸਕਸ ਕਰੀ ਸੀ, ਜੋ ਚਿਪ ਬਣੀ ਹੋਈ ਸੀ ਕਾਓ ਡੰਗ ਤੋਂ ਬਣੀ ਹੋਈ ਸੀ, ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਜਿਹੜੀਆਂ ਹਾਨੀਕਾਰਕ ਕਿਰਨਾਂ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜਾ ਹੈਗਾ ਇਹ ਰਿਡਿਊਸ ਕਰ ਦਿੰਦੀ ਹੈ। ਇੱਦਾਂ ਦਾ ਆਪਾਂ ਨੂੰ ਸੁਣਨ 'ਚ ਆ ਰਿਹਾ ਸੀ, ਅਤੇ ਹੁਣ ਜਿਹੜਾ ਹੈਗਾ ਪੇਂਟ ਵੀ ਬਣਿਆ ਹੈਗਾ। ਚਲੋ ਜੀ, ਹੁਣ ਆਪਾਂ KYIC ਅਬਾਊਟ ਇੰਪੋਰਟੈਂਟ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ। ਪਹਿਲਾਂ ਤਾਂ ਆਪਾਂ ਨੂੰ ਇਸ ਦੀ ਫੁੱਲ ਫਾਰਮ ਦੇਖ ਲੈਂਦੇ ਹਾਂ ਵੀ ਕੀ ਹੁੰਦੀ ਆ। ਖਾਦੀ ਐਂਡ ਵਿਲੇਜ ਇੰਡਸਟਰੀਜ਼ ਕਮਿਸ਼ਨ ਹੈ ਜੋ ਇਸ ਦੀ ਫੁੱਲ ਫਾਰਮ ਹੈ। ਅਤੇ ਹੁਣ ਆਪਾਂ ਇਸ ਦੀ ਦੇਖ ਲੈਂਦੇ ਹਾਂ ਫਾਰਮੇਸ਼ਨ ਕਿੰਨੇ ਵਿੱਚ ਹੋਈ। 1956 ਦੇ ਵਿੱਚ ਇਸ ਦੀ ਫਾਰਮੇਸ਼ਨ ਹੁੰਦੀ ਹੈ, ਅਤੇ ਇਸ ਦਾ ਜੋ ਹੈੱਡਕੁਆਟਰ ਹੈ KYIC ਦਾ ਕਿੱਥੇ ਦੇਖਣ ਨੂੰ ਮਿਲਦਾ ਹੈ, ਮੁੰਬਈ ਦੇ ਵਿੱਚ ਹੈ ਜੋ ਇਸ ਦਾ ਹੈੱਡਕੁਆਟਰ ਦੇਖਣ ਨੂੰ ਮਿਲਦਾ ਹੈ। ਹੁਣ ਆਪਾਂ ਦੇਖ ਲੈਂਦੇ ਹਾਂ ਵੀ ਜੋ ਇਹ KYIC ਹੈ ਇਹ ਕਿਸ ਟਾਈਪ ਦੀ ਬਾਡੀ ਹੈ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਸਟੈਚੂਟਰੀ ਬਾਡੀ ਹੈ ਜੀ, ਠੀਕ ਹੈ। ਅਤੇ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜੋ ਆਪਣੀਆਂ ਇਹ ਬਾਡੀਜ਼ ਹੁੰਦੀਆਂ ਕਿਸ ਟਾਈਪ ਦੀਆਂ ਹੁੰਦੀਆਂ, ਠੀਕ ਹੈ। ਇੱਕ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਇੱਕ ਤਾਂ ਹੁੰਦੀ ਹੈ ਕੌਂਸਟੀਟਿਊਸ਼ਨਲ ਬਾਡੀ ਅਤੇ ਇੱਕ ਹੁੰਦੀ ਹੈ ਨਾਨ ਕੌਂਸਟੀਟਿਊਸ਼ਨਲ ਬਾਡੀ। ਜਿਹੜੀ ਕੌਂਸਟੀਟਿਊਸ਼ਨਲ ਬਾਡੀ ਹੁੰਦੀ ਆ ਇਹ ਤਾਂ ਜੋ ਆਪਣਾ ਇੰਡੀਅਨ ਕੌਂਸਟੀਟਿਊਸ਼ਨ ਹੈ ਉਸ ਦੇ ਵਿੱਚ ਜੋ ਆਰਟੀਕਲ ਵੀ ਦਿੱਤਾ ਹੋਊਗਾ ਉਸ ਦੇ ਵਿੱਚ ਮੈਂਸ਼ਨ ਹੁੰਦੀ ਹੈ ਵੀ ਇਹ ਸਿੱਧੀ ਇੱਕ ਹਿਸਾਬ ਦੀ ਆਪਣੀ ਇਸ ਕਿਤਾਬ ਦੇ ਵਿੱਚੋਂ ਆਉਂਦੀ ਹੈ ਜੋ ਆਪਣੇ ਇੰਡੀਅਨ ਕੌਂਸਟੀਟਿਊਸ਼ਨ ਹੈ ਉਸ ਦੇ ਵਿੱਚੋਂ ਆਉਂਦੀ ਹੈ। ਇਸ ਦੇ ਅਬਾਊਟ ਆਰਟੀਕਲ ਵੀ ਮੈਂਸ਼ਨ ਹੋਊਗਾ। ਇਸ ਤੋਂ ਜੋ ਸਿੱਧੀ ਨਿਕਲ ਕੇ ਆਉਂਦੀ ਆ ਉਹ ਹੁੰਦੀ ਹੈ ਕੌਂਸਟੀਟਿਊਸ਼ਨਲ ਬਾਡੀ। ਅਤੇ ਨਾਨ ਕੌਂਸਟੀਟਿਊਸ਼ਨਲ ਜੋ ਬਾਡੀ ਦੇਖਣ ਨੂੰ ਮਿਲਦੀ ਹੈ ਇਹ ਦੋ ਟਾਈਪ ਦੀਆਂ ਦੇਖਣ ਨੂੰ ਮਿਲਦੀਆਂ। ਇੱਕ ਤਾਂ ਹੁੰਦੀ ਹੈ ਸਟੈਚੂਟਰੀ ਬਾਡੀ, ਠੀਕ ਹੈ ਜੀ, ਇੱਕ ਹੁੰਦੀ ਹੈ ਐਗਜ਼ੀਕਿਊਟਿਵ ਬਾਡੀ। ਜੋ ਸਟੈਚੂਟਰੀ ਬਾਡੀ ਹੁੰਦੀ ਹੈ ਇਹ ਇੱਕ ਐਕਟ ਲਿਆ ਕੇ ਉਸ ਲਾ ਦੇ ਅੰਡਰ ਹੈ ਜੋ ਇਹ ਸਟੈਚੂਟਰੀ ਬਾਡੀ ਹੈ ਜੋ ਬਣਾਈ ਜਾਂਦੀ ਹੈ। ਅਤੇ ਜੋ ਇਹ ਐਗਜ਼ੀਕਿਊਟਿਵ ਬਾਡੀ ਹੁੰਦੀ ਹੈ ਇਹ ਗੌਰਮੈਂਟ ਜੋ ਆਪਣੀ ਗੌਰਮੈਂਟ ਹੁੰਦੀ ਹੈ ਜਾਂ ਸਟੇਟ ਗੌਰਮੈਂਟ ਹੁੰਦੀ ਹੈ ਇਸ ਦੇ ਦੁਆਰਾ ਜਿਹੜੀ ਹੈਗੀ ਆ ਇਹ ਬਣਾਈ ਜਾਂਦੀ ਹੈ ਜੋ ਐਗਜ਼ੀਕਿਊਟਿਵ ਬਾਡੀ ਹੁੰਦੀ ਹੈ। ਹੁਣ ਤੁਹਾਨੂੰ ਮੈਨੂੰ ਲੱਗਦਾ ਹੈ ਵੀ ਇਸ ਦੇ ਵਿੱਚ ਫਰਕ ਸਮਝ ਆ ਗਿਆ ਹੋਗਾ। ਇਹ ਕਿਸ ਟਾਈਪ ਦੀ ਬਾਡੀ ਦੇਖਣ ਨੂੰ ਮਿਲਦੀ ਹੈ, KYIC ਹੈ ਜੋ ਸਟੈਚੂਟਰੀ ਬਾਡੀ ਹੈ, ਠੀਕ ਹੈ ਜੀ, ਨਾਨ ਕੌਂਸਟੀਟਿਊਸ਼ਨਲ ਬਾਡੀ ਹੈ। ਹੁਣ ਇਸ ਦੇ ਅਬਾਊਟ ਆਪਾਂ ਦੇਖ ਲੈਂਦੇ ਹਾਂ ਜੋ ਇਸ ਦੇ ਚੇਅਰਮੈਨ ਕੌਣ ਦੇਖਣ ਨੂੰ ਮਿਲਦੇ ਆ। ਵਿਨਯ ਕੁਮਾਰ ਸਕਸੇਨਾ ਹੈ ਜੋ ਇਸ ਦੇ ਚੇਅਰਮੈਨ ਦੇਖਣ ਨੂੰ ਮਿਲਦੇ ਆ, ਜੋ ਇਸ ਮੀਟਿੰਗ ਦੇ ਵਿੱਚ ਵੀ ਪ੍ਰੈਜ਼ੈਂਟ ਸੀਗੇ। ਮੀਟਿੰਗ ਯਾਨੀ ਕਿ ਇਸ ਦੀ ਲਾਂਚ ਟਾਈਮ ਜੋ ਇਹ ਪੇਂਟ ਲਾਂਚ ਕੀਤਾ ਗਿਆ ਉਸ ਟਾਈਮ ਇਹ ਹੈਗੇ ਸੀ। ਅਤੇ ਇਸ ਜੋ KYIC ਆ ਇਸ ਦਾ ਆਪਾਂ ਜੋ ਮੋਟਿਵ ਹੈ, ਠੀਕ ਹੈ, ਇਸ ਦਾ ਏਮ ਕੀ ਹੈ, ਇਸ ਦਾ ਏਮ ਹੈ ਪ੍ਰਮੋਟ ਕਰਨਾ, ਠੀਕ ਹੈ, ਫੈਸਿਲਿਟੇਟ ਕਰਨਾ ਅਤੇ ਡਿਵੈਲਪਮੈਂਟ ਦੇ ਕੰਮ ਕਰਨੇ, ਯਾਨੀ ਕਿ ਇਸਟੈਬਲਿਸ਼ਮੈਂਟ ਅਤੇ ਡਿਵੈਲਪਮੈਂਟ ਦੇ ਕੰਮ ਕਰਨੇ। ਕਾਹਦੇ ਖੇਤਰ ਦੇ ਵਿੱਚ, ਖਾਦੀ ਐਂਡ ਵਿਲੇਜ ਇੰਡਸਟਰੀਜ਼ ਦੇ ਲਈ ਕੀ ਕਰਦੇ ਆ ਇਹ ਉਸ ਨੂੰ ਡਿਵੈਲਪ ਕਰਨ ਦਾ ਕੰਮ ਕਰਦੀ ਹੈ ਜੋ ਇਹ ਬਾਡੀ ਹੈ, ਠੀਕ ਹੈ ਜੀ, ਸਟੈਚੂਟਰੀ ਬਾਡੀ ਹੈ। ਅਤੇ ਇਹ ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦੀ ਹੈ, ਇਹ ਇੰਪੋਰਟੈਂਟ ਹੋ ਜਾਂਦਾ। ਇਹ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਜੋ ਆਪਣੀ MSME, ਠੀਕ ਹੈ ਜੀ, ਇਹ ਮਿਨਿਸਟਰੀ ਹੈ ਜਿਹੜੀ ਨਿਤਿਨ ਗਡਕਰੀ ਜੀ ਦੇ ਅੰਡਰ ਆਉਂਦੀ ਹੈ ਉਸ ਦੇ ਅੰਡਰ ਹੈ ਇਹ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ KYIC, ਠੀਕ ਹੈ ਜੀ। ਇਹ ਪ੍ਰੈਜ਼ੈਂਟ ਜੋ ਆਪਣੇ MSME ਦੇ ਮਿਨਿਸਟਰ ਨੇ ਉਹ ਹੈਗੇ ਆ ਨਿਤਿਨ ਗਡਕਰੀ ਜੀ ਹੈ, ਯਾਦ ਰੱਖਿਓ, ਠੀਕ ਹੈ ਜੀ। ਇਹ ਸੀਗੀਆਂ ਇੰਪੋਰਟੈਂਟ ਗੱਲਾਂ ਜੋ ਆਪਾਂ KYIC ਦੇ ਨਾਲ ਦੇਖੀਆਂ ਅਤੇ ਆਪਾਂ ਨੂੰ ਇਹ ਗੱਲਾਂ ਪਤਾ ਹੋਣੀਆਂ ਚਾਹੀਦੀਆਂ, ਠੀਕ ਹੈ ਜੀ। ਚਲੋ ਜੀ, ਇਹ ਸੀਗੀ ਆਪਣੀ ਇੰਪੋਰਟੈਂਟ ਨਿਊਜ਼ ਜਿਸ ਦੇ ਵਿੱਚ ਕਿਹਾ ਜਾ ਰਿਹਾ ਵੀ ਖਾਦੀ ਪ੍ਰਾਕ੍ਰਿਤਿਕ ਪੇਂਟ ਹੈ ਜੋ ਲਾਂਚ ਕੀਤਾ ਗਿਆ, ਇੰਪੋਰਟੈਂਟ ਹੋ ਜਾਂਦਾ। ਅਤੇ ਜੋ ਆਪਾਂ ਇਹ ਸਾਰੀਆਂ ਗੱਲਾਂ ਸਾਂਝੀਆਂ ਕਰੀਆਂ ਇਹ ਵੀ ਗੱਲਾਂ ਯਾਦ ਰੱਖਿਓ। ਕੌਂਸਟੀਟਿਊਸ਼ਨਲ ਅਤੇ ਨਾਨ ਕੌਂਸਟੀਟਿਊਸ਼ਨਲ ਬਾਡੀ ਕੀ ਹੁੰਦੀ ਆ ਹੁਣ ਮੈਨੂੰ ਲੱਗਦਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅਤੇ ਜੋ ਇਹ ਐਕਟ ਹੈ, ਠੀਕ ਹੈ ਜੀ, ਇੱਕ ਹੋਰ ਗੱਲ ਜਿਹੜਾ ਹੈਗਾ ਖਾਦੀ ਐਂਡ ਵਿਲੇਜ, ਠੀਕ ਹੈ ਜੀ, ਇੰਡਸਟਰੀ ਕਮਿਸ਼ਨ ਐਕਟ ਆਇਆ ਸੀ 1956 ਦਾ, ਜਿਸ ਦੇ ਤਹਿਤ ਇਹ ਬਣਾਈ ਗਈ ਸੀ, ਜੋ ਪਾਰਲੀਮੈਂਟ ਦੁਆਰਾ ਐਕਟ ਪਾਸ ਕੀਤਾ ਗਿਆ ਸੀ ਉਸ ਦੇ ਅੰਡਰ ਹੈ ਜੋ ਇਹ ਕੀ ਬਣਾਈ ਗਈ ਸੀ, ਇਹ KYIC ਦੀ ਫਾਰਮੇਸ਼ਨ ਹੋਈ ਸੀ, ਠੀਕ ਹੈ ਜੀ, 1956 ਦੇ ਵਿੱਚ। ਚਲੋ ਜੀ, ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਵਰਲਡ ਦਾ ਮੋਸਟ ਪਾਸਪੋਰਟ 2021 ਦੀ ਜੋ ਇਹ ਲਿਸਟ ਆਈ ਹੈ ਉਸ ਦੇ ਅਕੋਰਡਿੰਗ ਦੇਖਾਂਗੇ ਜੋ ਹੈਨਲੇ ਦੀ ਪਾਸਪੋਰਟ ਇੰਡੈਕਸ ਹੈ 2021 ਦਾ ਇਹ ਰਿਲੀਜ਼ ਹੋਇਆ ਜੀ। ਅਤੇ ਇਸ ਦੇ ਵਿੱਚ ਦੇਖਾਂਗੇ ਕਿਹੜਾ ਸਭ ਤੋਂ ਜ਼ਿਆਦਾ ਹੈਗਾ ਮੋਸਟ ਪਾਵਰਫੁਲ ਪਾਸਪੋਰਟ ਹੈ ਅਤੇ ਆਪਣੇ ਇੰਡੀਆ ਦੀ ਪੋਜੀਸ਼ਨ ਇਸ ਦੇ ਵਿੱਚ ਕੀ ਦੇਖਣ ਨੂੰ ਮਿਲਦੀ ਹੈ। ਪਹਿਲਾਂ ਆਪਾਂ ਇੰਡੀਆ ਦੀ ਹੀ ਗੱਲ ਕਰ ਲੈਂਦੇ ਹਾਂ। ਇੰਡੀਆ ਦਾ ਜੋ ਰੈਂਕ ਹੈ 85 ਦੇਖਣ ਨੂੰ ਮਿਲਦਾ ਅਤੇ ਆਪਣਾ ਇੰਡੀਆ ਦਾ ਰੈਂਕ ਜੋ ਪਿਛਲੀ ਵਾਰ ਸੀ ਜਿਹੜਾ 2020 ਦਾ ਰੈਂਕ ਸੀਗਾ ਉਹ ਦੇਖਣ ਨੂੰ ਮਿਲ ਰਿਹਾ ਸੀ 84 ਦੇਖਣ ਨੂੰ ਮਿਲ ਰਿਹਾ ਸੀ, ਅਤੇ 2019 ਦਾ ਸੀ ਜੋ 82 ਦੇਖਣ ਨੂੰ ਮਿਲ ਰਿਹਾ ਸੀ ਇਸ ਰਿਪੋਰਟ ਦੇ ਅਕੋਰਡਿੰਗ। ਇਹ ਨੋਟ ਡਾਊਨ ਕਰਦੇ ਜਾਇਓ। ਅਤੇ ਜੋ ਆਪਣੀ 85 ਰੈਂਕ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਵਿੱਚ ਆਪਾਂ ਜਿਹੜੇ ਹੈਗੇ 58 ਕੰਟਰੀਜ਼ ਦਾ ਜੋ ਹੈਗਾ ਵੀਜ਼ਾ ਫ੍ਰੀ ਹੈ
जो लग सकता है। ठीक है जी, इन्ना कुछ स्ट्रॉन्ग जो अपना पासपोर्ट देखने को मिलता है 58 कंट्रीज़ का जो वीज़ा फ्री लग सकता है। तो पाकिस्तान का जोड़ा है 107 देखने को मिल रही रैंक, तो जोड़ा नेपाल है इसी 104 देखने को मिल रही। तो बिल्कुल ही जो वर्स्ट देखने को मिली सीरिया, इराक तो अफगानिस्तान है, इन्होंने कंट्रीज़ की जो आपनू रैंक है बहुत ही वर्स्ट देखने को मिली है। ठीक है, जापान का नंबर 1 ते रहा, सब तो स्ट्रॉन्ग है जो पासपोर्ट वो कितों का देखने को मिल रहा है, जापान का देखने को मिल रहा है, जिथे कि किन्ने जोड़े है उत्थों के सिटीजन है जो जापान के सिटीजन है जिन्होंने को उत्थों का पासपोर्ट है, वो किन्नियां कंट्रीज़ का जो है वीज़ा जोड़ा है फ्री जोड़ा है वीज़ा ऑन अराइवल है असैस कर सकते हैं 191 कंट्रीज़ के। ठीक है, इन्ना स्ट्रॉन्ग देखने को मिल रहा है। तो सैकेंड नंबर का जोड़ा है सिंगापुर का देखने को मिल रहा है, वो किन्नी कंट्रीज़ का कर सकता है 190 कंट्रीज़ का। ठीक है जी, ये सी इंपॉर्टेंट न्यूज़ जोड़ा कि वर्ल्ड्स मोस्ट पावरफुल पासपोर्ट 2021 की लिस्ट है, इस दे अकॉर्डिंग याद रखियो। तो अपनी जड़ियाँ पुरानियां 2020 ते 19 दियां ये भी याद रखियो। अपना काफ़ी एक जोड़ा है लास्ट नालों अपना एक नीचे आ गया, तो 2019 दे विच जो सीगा 82 नंबर सी उस तो काफ़ी जोड़ा है नीचे आउंदा आपां नूं दिख रहा है। ठीक है जी, तो ये हैंडले जोड़ा है पासपोर्ट इंडैक्स है 2021 का, इस दे अकॉर्डिंग आपां गलबात करी। ठीक है जी, ये सीगा पासपोर्ट इंडैक्स 2021 का जो रिलीज़ होया। हुण आपां चलदे हैं नैक्सट न्यूज़ ते। जो बंगलादेश है इस बार का तुहानूं पता है जो 51वां नंबर का इंटरनेशनल फिल्म फैसटीवल होना है, इस दे विच किहड़ी फोकस्ड कंट्री रहू तां ओह रहूगी बंगलादेश रहन वाली है जी। तो जो लास्ट टाइम होया सीगा उस दे विच किहड़ी आपां नूं कंट्री जिहड़ी हैगी फोकस्ड कंट्री देखने को मिली सी, तां ओह सीगी रशिया जो है ये फोकस्ड कंट्री वजों देखने को मिली सी। तो हुण जो इंटरनेशनल फिल्म फैसटीवल है ये जो ये देखने को मिल रहा है, इस दे अबाउट आपां खास गल्लां ने वो डिस्कस कर लैंदे आ। पहलां तां तुहानूं पता होना चाहिए है कित्थे होण जा रहा है, तां ये गोवा दे विच होऊगा जी। तो जो आपां गल करिए ये किहड़ी मिनिस्ट्री के द्वारा जोड़ा है ऑर्गेनाइज किया जाता है, तो मिनिस्ट्री ऑफ इनफॉर्मेशन है उस दे द्वारा जो ये ऑर्गेनाइज कराया जाता है। तो यह मिनिस्ट्री आपां नूं किन्हां दे अंडर देखने को मिलती है, प्रकाश जावड़ेकर जी के अंडर है जो यह मिनिस्ट्री देखने को मिलती है। तो इस दे विच आपां कह दईए जो ओपनिंग मूवी है, ठीक है जी, ओपनिंग सरमनी हिसाब नाल कह दईए उस दे विच किहड़ी मूवी है, तो उस जिहड़ी मूवी है इसका नाम याद रखियो की है अनदर राउंड। ठीक है जी, अनदर राउंड है जो इस मूवी का नाम देखने को मिलता है। तो ये मूवी कित्थों दी है, डेनमार्क की यह मूवी देखने को मिलती है। ठीक है जी, तो इस दे विच जो टोटल मूवीज़ मतलब दिखाई जाएगियाँ किन्नियां ने 224 मूवीज़ है। हुण आपां जो लास्ट टाइम ठीक है जी जो अपना 15th टाइम का जो इंटरनेशनल फिल्म फैसटीवल सी उस दे नाल भी थोड़ियां जिहियां रिलेटेड गल्लां देख लैंदे आ, क्योंकि जे इस दे नाल क्वेश्चन जे टफ बनाउणा होया तो पिछली बार वाले भी जिहड़े हैगे कुछ गल्लां जो इंपॉर्टेंट है वो डिस्कस कर लेने। हो सकता है वो नाल जो है रिलेटेड कोई ना कोई क्वेश्चन अपन को देखने को मिल जाए। जो ये 15th नंबर का इंटरनेशनल फिल्म फैसटीवल है ये भी गोवा के ही होया सीगा। तो इस दे विच है जो गोल्डन जुबली अवार्ड है, ठीक है, ये किसनों गया सीगा, ये गया सी रजनीकांत नूं गया सीगा। इंपॉर्टेंट है जो आप अवार्ड देख लेने। गोल्डन पीकॉक अवार्ड है, ठीक है जी, ये पार्टिकल्स नाम नूं गया सीगा जिहड़ी मूवी सी। ते जिहड़ा यूनैस्को, ठीक है जी, यूनैस्को गांधी मैडल देखने को मिलता है, यूनैस्को गांधी मैडल है, ये किस नूं गया सीगा, तां ये गया सी रवांडा नूं। ठीक है जी, रवांडा इटली। ये कुछ इंपॉर्टेंट गल्लां ने यो याद रखियो। जो 15th इंटरनेशनल फिल्म फैसटीवल सी उस दे नाल रिलेटेड गल्लां करियां। तो जो अपना इस बार का 51वां नंबर का इंटरनेशनल फिल्म फैसटीवल है जो 16 जनवरी तो स्टार्ट होने जा रहा है, इस दे अबाउट भी ये इंपॉर्टेंट गल्लां जो आपां सांझियां करियां ये भी याद रखियो। तो अगे जदों ये हो गया उदों भी इस दे अबाउट डिस्कस करते रहांगे किहड़ा अवार्ड है किस नूं जा रहा है। चलो जी हुण आपां चलदे हां नैक्सट न्यूज़ ते चलदे हां। तो गोवा के नाल एक होर गल याद रखियो, मैनूं याद आ रही है इत्थों दे जो हर घर जल विच होण वाली जिहड़ी हैगी पहली स्टेट बनी है अपने इंडिया दे विच, वो ये बनी है भी हर घर दे विच है जो टैप कनैक्शन होण वाली जिहड़ी स्टेट फस्ट बनी है वो गोवा की। तो LPG दे विच जो हुई है LPG दे कनैक्शन है जो हर घर दे विच हो गया, वो किहड़ी पहली स्टेट बनी है, तां वो हैगी है जी हिमाचल प्रदेश। चलो जी हुण आपां चलदे हां नैक्सट न्यूज़ ते। 2 GB फ्री डाटा है जो
ਇੰਨੇ 9.6 ਲੱਖ ਸਟੂਡੈਂਟਸ ਨੂੰ ਪ੍ਰੋਵਾਈਡ ਕਰਨ ਦੀ ਪਰ ਡੇ, ਠੀਕ ਹੈ ਜੀ, 2 GB ਪਰ ਡੇ 9.6 ਲੱਖ ਸਟੂਡੈਂਟਸ ਨੂੰ ਪ੍ਰੋਵਾਈਡ ਕਰਨ ਦੀ ਗੱਲ ਕਹੀ ਜਾ ਰਹੀ ਹੈ ਕਿ ਕਿਹਨਾਂ ਦੁਆਰਾ, ਤਾਮਿਲਨਾਡੂ ਦੁਆਰਾ, ਠੀਕ ਹੈ ਜੀ। ਤਾਮਿਲਨਾਡੂ ਦੀ ਗੌਰਮੈਂਟ ਹੈ, ਠੀਕ ਹੈ, ਇਸ ਨੇ ਅਨਾਊਂਸ ਕਰਿਆ ਹੈਗਾ ਕਿ 2 GB ਜੋ ਫ੍ਰੀ ਡਾਟਾ ਇਹ ਇੰਨੇ ਜੋ ਸਟੂਡੈਂਟਸ ਹੈ ਇਹਨਾਂ ਨੂੰ ਪ੍ਰੋਵਾਈਡ ਕੀਤਾ ਜਾਊਗਾ। ਤੇ ਜੋ ਇਹ ਸਟੂਡੈਂਟਸ ਹੈ, ਠੀਕ ਹੈ, ਇਸ ਨੂੰ ਆਨਲਾਈਨ ਕਲਾਸਿਸ ਹੈ ਉਸ ਨੂੰ ਲੈਣ ਦੇ ਵਿੱਚ ਐਨੇਬਲ ਹੋ ਜਾਣਗੇ। ਤਾਮਿਲਨਾਡੂ ਦੀ ਗੌਰਮੈਂਟ ਨੇ ਇਹ ਅਨਾਊਂਸ ਕੀਤਾ ਵੀ 2 GB ਡਾਟਾ ਹੈ ਜੋ ਪਰ ਡੇ ਇੰਨੇ ਲੱਖ ਸਟੂਡੈਂਟਸ ਨੂੰ ਦਿੱਤਾ ਜਾਊਗਾ, ਠੀਕ ਹੈ ਜੀ। ਜਾਂ ਗੌਰਮੈਂਟ ਹੈ ਜਾਂ ਪ੍ਰਾਈਵੇਟ ਜਿਹੜੇ ਵੀ ਇਹ ਤੁਸੀਂ ਦੇਖ ਸਕਦੇ ਹੋ ਗੌਰਮੈਂਟ ਏਡਡ ਆਰਟ ਐਂਡ ਸਾਇੰਸ ਕਾਲਜਸ ਆ, ਠੀਕ ਹੈ, ਇਹਨਾਂ ਨੂੰ ਜਿਹੜਾ ਹੈਗਾ ਡਾਟਾ ਪ੍ਰੋਵਾਈਡ ਕੀਤਾ ਜਾਊਗਾ। ਪਹਿਲਾਂ ਹੁਣ ਤਾਮਿਲਨਾਡੂ ਦਾ ਨਾਮ ਆਇਆ ਤਾਂ ਤਾਮਿਲਨਾਡੂ ਦੇ ਨਾਲ ਆਪਾਂ ਇੰਪੋਰਟੈਂਟ ਗੱਲਾਂ ਨੇ ਉਹ ਸਾਂਝੀਆਂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੋ ਤਾਮਿਲਨਾਡੂ ਦੇ CM ਹੈ ਉਹ ਕੌਣ ਦੇਖਣ ਨੂੰ ਮਿਲਦੇ ਆ, ਇਹ ਹੈਗੇ ਐਡਾਪੱਡੀ, ਠੀਕ ਹੈ ਜੀ, ਕਰੂਅੱਪਾ ਗੌਂਡਰ ਪਲਨਸਵਾਮੀ, ਠੀਕ ਹੈ ਜੀ, ਕਾफ़ी ਵੱਡਾ ਨਾਮ ਹੈ ਐਡਾਪੱਡੀ ਕਰੂਅੱਪਾ ਗੌਂਡਰ ਪਲਨਸਵਾਮੀ ਹੈ ਜੋ ਇੱਥੋਂ ਦੇ CM ਦੇਖਣ ਨੂੰ ਮਿਲਦੇ ਆ। ਅਤੇ ਇੱਥੋਂ ਦੇ ਜੋ ਗਵਰਨਰ ਹੈ ਕੌਣ ਦੇਖਣ ਨੂੰ ਮਿਲਦੇ ਆ, ਠੀਕ ਹੈ ਜੀ, ਗਵਰਨਰ ਇੱਥੋਂ ਦੇ ਦੇਖਣ ਨੂੰ ਮਿਲਦੇ ਆ ਬਨਵਾਰੀ ਲਾਲ ਪੁਰੋਹਿਤ ਹੈ ਜੋ ਇੱਥੋਂ ਦੇ ਗਵਰਨਰ ਦੇਖਣ ਨੂੰ ਮਿਲਦੇ ਆ। ਅਤੇ ਇੱਥੋਂ ਦੀ ਜੋ ਕੈਪੀਟਲ ਹੈ, ਕੈਪੀਟਲ ਕਿਹੜੀ ਦੇਖਣ ਨੂੰ ਮਿਲਦੀ ਹੈ, ਚੇਨਈ ਇੱਥੋਂ ਦੀ ਕੈਪੀਟਲ ਦੇਖਣ ਨੂੰ ਮਿਲਦੀ ਹੈ ਜੀ। ਅਤੇ ਹੁਣ ਆਪਾਂ ਇੰਪੋਰਟੈਂਟ ਨੈਸ਼ਨਲ ਪਾਰਕ ਵੀ ਦੇਖ ਲੈਂਦੇ ਹਾਂ ਜਿਹੜੇ ਇੱਥੋਂ ਦੇ ਇੰਪੋਰਟੈਂਟ ਹੈ ਤਾਮਿਲਨਾਡੂ ਦੇ। ਅਤੇ ਜਿਹੜਾ ਹੈਗਾ ਗੁੰਡੇ ਨੈਸ਼ਨਲ ਪਾਰਕ ਹੈ ਉਹ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲਦਾ ਹੈ, ਉਹ ਆਪਾਂ ਨੂੰ ਤਾਮਿਲਨਾਡੂ ਦੇ ਵਿੱਚ ਦੇਖਣ ਨੂੰ ਮਿਲਦਾ, ਠੀਕ ਹੈ ਜੀ। ਅਤੇ ਕੈਰੀਅਨ ਨੈਸ਼ਨਲ ਪਾਰਕ ਹੈ, ਕੈਰੀਅਨ ਸ਼ੋਲਾ ਨੈਸ਼ਨਲ ਪਾਰਕ ਹੈ ਉਹ ਵੀ ਇੱਥੇ ਦੇਖਣ ਨੂੰ ਮਿਲਦਾ ਹੈ। ਅਤੇ ਪੰਪਾਦੋਮ ਸ਼ੋਲਾ ਨੈਸ਼ਨਲ ਪਾਰਕ ਹੈ ਉਹ ਵੀ ਇੱਥੇ ਦੇਖਣ ਨੂੰ ਮਿਲਦਾ ਹੈ, ਠੀਕ ਹੈ ਜੀ। ਮੁੱਡੂ ਮਲਾਈ ਨੈਸ਼ਨਲ ਪਾਰਕ ਹੈ ਉਹ ਵੀ ਆਪਾਂ ਨੂੰ ਤਾਮਿਲਨਾਡੂ ਦੇ ਵਿੱਚ ਦੇਖਣ ਨੂੰ ਮਿਲਦਾ। ਅਤੇ ਅੰਨਾ ਮਲਾਈ, ਠੀਕ ਹੈ ਜੀ, ਇਹ ਕਾਫੀਆਂ ਜਿਹੜੀਆਂ ਮਲਾਈਆਂ ਦਾ ਜਿੱਥੋਂ ਆ ਗਿਆ ਤੁਸੀਂ ਦੇਖ ਲਿਓ ਵੀ ਇਹ ਤਾਮਿਲਨਾਡੂ ਨਾਲ ਰਿਲੇਟਡ ਹੈ ਜਾਂ ਫਿਰ ਇਹ ਸ਼ੋਲਾ ਵਰਡ ਹੈ ਜਿਹੜਾ ਲਿਖਿਆ ਆ ਗਿਆ ਤਾਂ ਇਹ ਵੀ ਗੱਲ ਯਾਦ ਰੱਖਿਓ ਅਤੇ ਇਹ ਨੈਸ਼ਨਲ ਪਾਰਕ ਹੈ, ਠੀਕ ਹੈ ਜੀ। ਅਤੇ ਹੋਰ ਕਿਹੜਾ ਦੇਖਣ ਨੂੰ ਮਿਲਦਾ, ਗ੍ਰਾਸ ਹਿਲਸ ਜੋ ਨੈਸ਼ਨਲ ਪਾਰਕ ਹੈ ਉਹ ਵੀ ਆਪਾਂ ਨੂੰ ਤਾਮਿਲਨਾਡੂ ਦੇ ਵਿੱਚ ਦੇਖਣ ਨੂੰ ਮਿਲਦਾ। ਅਤੇ ਗਲਫ ਆਫ ਮਿਆਂਮਾਰ ਹੈ, ਠੀਕ ਹੈ, ਮਿਆਂਮਾਰ ਮੈਰੀਨ ਨੈਸ਼ਨਲ ਪਾਰਕ ਹੈ ਇਹ ਵੀ ਆਪਾਂ ਨੂੰ ਤਾਮਿਲਨਾਡੂ ਦੇ ਵਿੱਚ ਦੇਖਣ ਨੂੰ ਮਿਲਦਾ। ਇਹ ਹੈ ਜੀ ਇੰਪੋਰਟੈਂਟ ਨੈਸ਼ਨਲ ਪਾਰਕ ਹੈ ਜੋ ਤਾਮਿਲਨਾਡੂ ਦੇ ਆਪਾਂ ਨੂੰ ਤਾਮਿਲਨਾਡੂ ਦੇ ਵਿੱਚ ਦੇਖਣ ਨੂੰ ਮਿਲਦੇ ਆ। ਅਤੇ ਆਪਾਂ ਤਾਮਿਲਨਾਡੂ ਨਾਲ ਇੰਪੋਰਟੈਂਟ ਗੱਲਾਂ ਸਾਂਝੀਆਂ ਕਰੀਆਂ, ਸਕੀਮਸ ਮੈਂ ਰੱਖੀਆਂ ਨਹੀਂ, ਫਿਰ ਕਦੇ ਜਦੋਂ ਤਾਮਿਲਨਾਡੂ ਦਾ ਨਾਮ ਆਉਂਦਾ ਆਪਾਂ ਉੱਥੇ ਸਕੀਮਸ ਜ਼ਰੂਰ ਰੱਖ ਦੇਵਾਂਗੇ ਜਾਂ ਫਿਰ ਮੈਂ PDF ਦੇ ਵਿੱਚ ਇਸ ਦੇ ਨਾਲ ਰਿਲੇਟ ਕਰਕੇ ਤੁਹਾਨੂੰ ਦੇ ਦਾਂਗਾ ਵੀ ਸਕੀਮਸ ਕਿਹੜੀਆਂ ਨੇ। ਅਤੇ ਜੋ ਇਹ ਇੰਪੋਰਟੈਂਟ ਗੱਲਾਂ ਹੁੰਦੇ ਆ ਨਾਲ ਦੀ ਨਾਲ ਤੁਸੀਂ ਨੋਟ ਡਾਊਨ ਕਰਦੇ ਜਾਇਆ ਕਰੋ। ਅਤੇ ਜੋ ਨਵੇਂ ਸਟੂਡੈਂਟ ਹੁੰਦੇ ਆ ਉਹ ਵੀਡੀਓ ਨੂੰ ਸ਼ੁਰੂ 'ਚ ਹੀ ਨਾ ਛੱਡਿਆ ਕਰੋ ਕਿਉਂਕਿ ਇਹ ਤਾਂ ਇੱਕ ਦਿਨ ਤਾਂ ਤੁਹਾਨੂੰ ਜੇ ਤੁਸੀਂ ਗੌਰਮੈਂਟ ਜੋਬ ਲੈਣੀ ਹੈ ਅਤੇ ਕਰੰਟ ਅਫੇਅਰ ਜਿਸ ਦੇ ਵਿੱਚ ਸ਼ਾਮਿਲ ਹੈ ਤਾਂ ਤੁਹਾਨੂੰ ਇਹ ਚੀਜ਼ ਕਰਨੀ ਹੀ ਪਊਗੀ। ਕਿੱਥੋਂ ਮਰਜ਼ੀ ਸ਼ੁਰੂਆਤ ਕਰ ਲਓ, ਇੱਕ ਨਾ ਇੱਕ ਦਿਨ ਤਾਂ ਤੁਹਾਨੂੰ ਸ਼ੁਰੂਆਤ ਕਰਨੀ ਹੀ ਪਊਗੀ। ਇਹ ਅੱਛਾ ਤਰੀਕਾ ਹੁਣੀ ਜਿਹੜੀਆਂ ਹੈਗੀਆਂ ਗੱਲਾਂ ਨੋਟ ਡਾਊਨ ਕਰਦੇ ਜਾਓ, ਤੁਹਾਡੇ ਦਿਮਾਗ ਦੇ ਵਿੱਚ ਪੈਂਦੀਆਂ ਜਾਣਗੀਆਂ, ਹੌਲੀ ਜਿਹੜੀਆਂ ਹੈਗੀਆਂ ਗੱਲਾਂ ਤੁਹਾਡੀ ਦਿਮਾਗ ਦੇ ਵਿੱਚ ਪੈਣ ਲੱਗ ਜਾਣਗੀਆਂ। ਚਲੋ ਜੀ ਹੁਣ ਆਪਾਂ ਜੋ ਹੈ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਜੋ ਸਾਊਦੀ ਹੈ, ਠੀਕ ਹੈ, ਇਸ ਨੇ ਕੀ ਕੀਤਾ, ਵਰਲਡਸ ਟੌਪ ਆਇਲ ਪ੍ਰੋਡਿਊਸਰ ਹੈ, ਤੁਹਾਨੂੰ ਪਤਾ ਹੀ ਹੈ, ਇਸ ਨੇ ਲਾਂਚ ਕੀਤੀ ਹੈ ਜਿਹੜੀ ਸਿਟੀ ਵਿਦ ਨੋ ਕਾਰਸ ਐਂਡ ਰੋਡਸ, ਠੀਕ ਹੈ, ਬਿਨਾਂ ਜਿਹੜੀ ਰੋਡ ਅਤੇ ਕਾਰਸ ਤੋਂ ਜਿਹੜੀ ਹੈਗੀ ਹੈ ਇੱਕ ਸਿਟੀ ਬਣਾਈ ਜਾਊਗੀ ਤਾਂ ਕਿ ਇਹ ਜਿਹੜਾ ਹੈਗਾ ਪੋਲਿਊਸ਼ਨ ਵਗੈਰਾ ਨੂੰ ਘੱਟ ਕਰਿਆ ਜਾਵੇ। ਉਸ ਜੋ ਸਿਟੀ ਦਾ ਨਾਮ ਕੀ ਹੈ, ਨਿਓਮ ਰੱਖਿਆ ਜਾਊਗਾ। ਜਿਹੜੇ ਇਹ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਹੈ ਇਹਨਾਂ ਨੇ ਇਸ ਚੀਜ਼ ਦਾ ਉਦਘਾਟਨ ਕੀਤਾ। ਇਹਨਾਂ ਨੇ ਕੀ ਕੀਤਾ, ਜਿਹੜਾ ਲਾਸਟੈਸਟ ਵਿਜ਼ਨ ਹੈ, ਠੀਕ ਹੈ, ਸਾਊਦੀ ਅਰੇਬੀਆ ਦੇ ਲਈ ਫਿਊਚਰ ਦੇ ਲਈ, ਕਿਉਂਕਿ ਤੁਹਾਨੂੰ ਪਤਾ ਇਹ ਲਾਰਜੈਸਟ ਜਿਹੜਾ ਹੈਗਾ ਪ੍ਰੋਡਿਊਸਰ ਹੈ, ਠੀਕ ਹੈ, ਆਇਲ ਦਾ, ਤਾਂ ਇਹਨਾਂ ਨੇ ਇੱਕ ਜਿਹੜੀ ਸਿਟੀ ਹੈ ਵਿਦ ਨੋ ਕਾਰਸ ਰੋਡਸ, ਠੀਕ ਹੈ, ਕਾਰਬਨ ਐਮਿਸ਼ਨ ਦੇ ਲਈ ਇਹ ਜਿਹੜੀ ਸਿਟੀ ਹੈ ਇਹ ਬਣਾਈ ਜਾਊਗੀ, ਠੀਕ ਹੈ। 170 ਕਿਲੋਮੀਟਰ ਲੌਂਗ ਜਿਹੜੀ ਹੈਗੀ ਹੈ ਕਹੀ ਜਾਣੀ ਹੈ। ਇਸ ਦੀ ਜੋ ਡਿਵੈਲਪਮੈਂਟ ਹੈ ਜਿਹੜੀ ਹੈਗੀ ਹੈ ਇਸ 'ਤੇ ਕਿੰਨਾ ਜਿਹੜਾ ਹੈਗਾ ਖਰਚਾ ਆ ਜਾਊਗਾ, $500 ਬਿਲੀਅਨ ਦਾ ਜਿਹੜਾ ਹੈਗਾ ਕਿਹਾ ਜਾ ਰਿਹਾ। ਇਸ ਨਿਓਮ ਨਾਂ ਦਾ ਜਿਹੜੀ ਹੈਗੀ ਸਿਟੀ ਬਣਾਈ ਜਾਊਗੀ, ਇਸ 'ਤੇ ਖਰਚਾ ਆਊਗਾ, ਠੀਕ ਹੈ। ਕਿਹਾ ਜਾ ਰਿਹਾ ਜਿਹੜਾ ਇਸ ਦਾ ਕੰਸਟਰਕਸ਼ਨ ਪਲਾਨਡ ਹੈ ਉਸ ਜਿਹੜਾ ਹੈਗਾ ਫਸਟ ਕੁਆਰਟਰ ਹੈ ਉਹ ਸਟਾਰਟ ਹੋ ਗਿਆ, ਠੀਕ ਹੈ ਜੀ। ਚਲੋ ਜੀ ਦੇਖਦੇ ਹਾਂ ਕਦੋਂ ਤੱਕ ਇਹ ਬਣ ਕੇ ਤਿਆਰ ਹੁੰਦੀ ਹੈ ਅਤੇ ਬਾਅਦ 'ਚ ਦੇਖਾਂਗੇ ਜਦੋਂ ਇਹ ਬਣ ਕੇ ਤਿਆਰ ਹੋ ਗਈ ਵੀ ਕੀ ਗੱਲਾਂ ਸਾਂਝੀਆਂ ਨੇ। ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਸਾਊਦੀ ਅਰੇਬੀਆ ਦੁਆਰਾ ਜਿਹੜਾ ਹੈਗਾ ਇਹ ਲਾਂਚ ਕਰੀ ਜਾ ਰਹੀ ਹੈ, ਠੀਕ ਹੈ ਜੀ। ਅਤੇ ਸਾਊਦੀ ਅਰੇਬੀਆ ਦੇ ਵਿੱਚ ਰੀਸੈਂਟਲੀ ਕਿਹੜੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦਾ ਨਾਮ ਹੈ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਦਿਓ, ਆਪਾਂ ਕਾਫੀ ਵਾਰ ਜੋ ਹੈ ਡਿਸਕਸ ਕਰ ਚੁੱਕੇ ਹਾਂ। ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ।
ਆਪਾਂ ਸਟਾਰਟ ਦੇ ਵਿੱਚ ਲੈਕਚਰ ਦੇ ਸਟਾਰਟ ਦੇ ਵਿੱਚ ਜੋ ਦੇਖਿਆ ਸੀ, ਜੋ ਇਸ ਵਾਰ ਦੇ ਆਪਣੇ ਰਿਪਬਲਿਕ ਡੇ ਤੇ ਚੀਫ ਗੈਸਟ ਰਹਿਣ ਵਾਲੇ ਆ, ਮੈਂ ਤੁਹਾਨੂੰ ਦੱਸਿਆ ਸੀ ਜੋ ਪ੍ਰਵਾਸੀ ਭਾਰਤੀ ਸਨਮਾਨ ਅਵਾਰਡ ਹੈ 2021 ਦਾ ਉਹਨਾਂ ਨੂੰ ਦਿੱਤਾ ਗਿਆ। ਚਲੋ ਜੀ ਆਪਾਂ ਇੱਕ ਵਾਰ ਫਿਰ ਡਿਸਕਸ ਕਰ ਲਾਂਗੇ ਜੋ ਇਹ ਪ੍ਰਵਾਸੀ ਭਾਰਤੀ ਸਨਮਾਨ ਅਵਾਰਡ ਹੈ, ਠੀਕ ਹੈ ਜੀ, ਜਿਹੜਾ ਹੈਗਾ ਹਾਈਐਸਟ ਆਨਰ ਕਨਫਰਮਡ ਹੈ, ਠੀਕ ਹੈ ਜੀ, ਇਹ ਕਿਹਦੇ ਦੁਆਰਾ ਦਿੱਤਾ ਜਾਂਦਾ, ਠੀਕ ਹੈ, ਹਾਨਰੇਬਲ ਜੋ ਆਪਣੇ ਪ੍ਰੈਜ਼ੀਡੈਂਟ ਨੇ, ਜਿਹੜੇ ਪ੍ਰੈਜ਼ੈਂਟ ਨੇ 14th ਨੰਬਰ ਦੇ ਆਪਣੇ ਪ੍ਰੈਜ਼ੀਡੈਂਟ ਦੇਖਣ ਨੂੰ ਮਿਲਦੇ ਆ, ਕੀ ਨੇ, ਰਾਮਨਾਥ ਕੋਵਿੰਦ ਜੀ ਦੇਖਣ ਨੂੰ ਮਿਲਦੇ ਆ, ਤੇ ਆਪਣੇ ਜੋ ਵਾਈਸ ਪ੍ਰੈਜ਼ੀਡੈਂਟ ਨੇ ਉਹ ਜਿਹੜੇ ਹੈਗੇ ਵੈਂਕਈਆ ਨਾਇਡੂ ਹੈ। ਤੇ ਜੋ ਇਹ ਪ੍ਰਵਾਸੀ ਭਾਰਤੀ ਦਿਵਸ ਹੈ, ਠੀਕ ਹੈ, ਇਸ ਦਿਨ ਹੀ ਹੈ ਜੋ ਇਹ ਨੌਨ ਰੈਜ਼ੀਡੈਂਟਲ ਇੰਡੀਅਨ ਹੈ, ਜੋ ਆਪਣੇ ਇੰਡੀਅਨ ਓਰੀਜਨ ਦੇ ਜਿਹੜੇ ਪਰਸਨ ਹੈ, ਠੀਕ ਹੈ, ਉਹਨਾਂ ਨੂੰ ਜਿਹੜਾ ਹੈਗਾ ਇਹ ਅਵਾਰਡ ਦਿੱਤਾ ਜਾਂਦਾ, ਪ੍ਰਵਾਸੀ ਭਾਰਤੀ ਸਨਮਾਨ ਅਵਾਰਡ ਦਿੱਤਾ ਜਾਂਦਾ। ਇਹ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ, ਇਹ ਨਿਊਜ਼ੀਲੈਂਡ ਦੇ ਨੇ। ਆਪਾਂ ਇਹਨਾਂ ਅਬਾਊਟ ਵੀ ਡਿਸਕਸ ਕੀਤਾ ਸੀ ਜੋ ਉੱਥੋਂ ਦੇ ਇਹ ਬਣਿਆ, ਠੀਕ ਹੈ, ਪੋਲੀਟਿਕਸ ਦੇ ਵਿੱਚ ਉਤਰਨ ਵਾਲੇ ਜੋ ਪਰਸਨ ਹੈ ਆਪਣੇ ਇੰਡੀਆ ਦੇ ਆ, ਫੀਮੇਲ ਹੈ ਨਿਊਜ਼ੀਲੈਂਡ ਦੇ ਵਿੱਚ। ਇਹਨਾਂ ਦਾ ਨਾਮ ਆਪਾਂ ਕਾਫੀ ਵਾਰ ਜਿਹੜਾ ਹੈਗਾ ਡਿਸਕਸ ਕਰ ਚੁੱਕੇ ਹਾਂ। ਪ੍ਰਿਯੰਕਾ ਰਾਧਾ ਕ੍ਰਿਸ਼ਨ ਹੈ ਜੋ ਇਹਨਾਂ ਦਾ ਨਾਮ ਦੇਖਣ ਨੂੰ ਮਿਲਦਾ, ਅਤੇ ਆਪਾਂ ਨੂੰ ਉੱਥੇ ਹੀ ਦੇਖਣ ਨੂੰ ਮਿਲੇ ਸੀ ਗੌਰਵ ਸ਼ਰਮਾ ਦੇਖਣ ਨੂੰ ਮਿਲੇ ਸੀ, ਜਿਨ੍ਹਾਂ ਨੇ ਸੈਕਿੰਡ ਪਰਸਨ ਬਣੇ ਸੀ ਇੰਡੀਅਨ ਓਰੀਜਨ ਦੇ, ਜਿਨ੍ਹਾਂ ਨੇ ਸੰਸਕ੍ਰਿਤ ਦੇ ਵਿੱਚ ਕੀ ਲਈ ਸੀ, ਓਥ ਲਈ ਸੀ। ਅਤੇ ਉੱਥੋਂ ਦੇ ਜੋ ਨਿਊਜ਼ੀਲੈਂਡ ਦੇ ਜੋ PM ਨੇ ਉਹਨਾਂ ਦਾ ਨਾਮ ਜ਼ਰਾ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਿਓ, ਠੀਕ ਹੈ ਜੀ, ਨਿਊਜ਼ੀਲੈਂਡ ਦੇ PM ਹੈ ਉਹਨਾਂ ਦਾ ਨਾਮ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਦਿਓ। ਅਤੇ ਹੁਣ ਜੋ ਇਹ ਪ੍ਰਵਾਸੀ ਭਾਰਤੀ ਸਨਮਾਨ ਅਵਾਰਡ ਹੈ ਇਹ 30% ਨੂੰ ਦਿੱਤਾ ਗਿਆ ਹੈਗਾ, ਪਰ ਆਪਾਂ ਜਿਹੜੇ ਹੈਗੇ 2% ਦਾ ਮੋਸਟ ਇੰਪੋਰਟੈਂਟ ਹੈ, ਯਾਦ ਰੱਖਿਓ, ਇਹ ਪ੍ਰਿਯੰਕਾ ਰਾਧਾ ਕ੍ਰਿਸ਼ਨ ਹੋ ਸਕਦਾ ਇਹਨਾਂ ਦੇ ਨਾਲ ਕੁਐਸਚਨ ਬਣ ਜੇ। ਅਤੇ ਦੂਜੀ ਨੇ ਸੂਰੀਨਾਮੇ, ਠੀਕ ਹੈ ਜੀ, ਸੂਰੀਨਾਮੇ ਦੇ ਜੋ ਪ੍ਰੈਜ਼ੀਡੈਂਟ ਨੇ ਇਸ ਵਾਰ ਆਪਣੇ 26 ਜੋ ਰਿਪਬਲਿਕ ਡੇ ਹੈ ਉਸ 'ਤੇ ਚੀਫ ਗੈਸਟ ਵਜੋਂ ਆਪਾਂ ਨੂੰ ਦੇਖਣ ਨੂੰ ਮਿਲਣਗੇ। ਇਹ ਸੀਗੀਆਂ ਇੰਪੋਰਟੈਂਟ ਗੱਲਾਂ, ਯਾਦ ਰੱਖਿਓ। ਪ੍ਰਵਾਸੀ ਭਾਰਤੀ ਦਿਵਸ ਤੁਹਾਨੂੰ ਦੱਸ ਹੀ ਚੁੱਕਿਆ। 9 ਜਨਵਰੀ ਨੂੰ ਜੋ ਹੈ ਆਪਾਂ ਇਹ ਪ੍ਰਵਾਸੀ ਭਾਰਤੀ ਦਿਵਸ ਹੈ ਜੋ ਸੈਲੀਬ੍ਰੇਟ ਕਰਦੇ ਹਾਂ, ਕਿਉਂਕਿ ਇਸੇ ਦਿਨ 9 ਜਨਵਰੀ ਨੂੰ ਮਹਾਤਮਾ ਗਾਂਧੀ ਜੀ ਸਾਊਥ ਅਫਰੀਕਾ ਦੇ ਦੌਰੇ ਤੋਂ ਜੋ ਵਾਪਸ ਆਏ ਸੀਗੇ। ਚਲੋ ਜੀ ਹੁਣ ਆਪਾਂ ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਅੱਜ ਦੀਆਂ ਜੋ ਨਿਊਜ਼ ਹੈ ਸਮਾਪਤ ਹੋ ਗਈਆਂ, ਠੀਕ ਹੈ ਜੀ, ਅਤੇ ਇਹ ਜੋ ਆਪਾਂ ਗੱਲਾਂ ਸਾਂਝੀਆਂ ਕਰਦੇ ਹਾਂ ਇਸ ਦੇ ਨਾਲ ਜੋ ਵੀ ਗੱਲਬਾਤ ਸਾਈਟ 'ਤੇ ਵੀ ਆਪਾਂ ਜੋ ਨੋਟ ਕਰਦੇ ਹਾਂ ਉਹਨਾਂ ਨੂੰ ਕਿਰਪਾ ਕਰਕੇ ਆਪਦੀ ਇੱਕ ਅਲੱਗ ਨੋਟਬੁੱਕ ਲਗਾ ਲਓ, ਉਸ 'ਤੇ ਨੋਟ ਕਰਦੇ ਜਾਇਆ ਕਰੋ, ਤਾਂ ਕਿ ਤੁਹਾਨੂੰ ਜਦੋਂ ਪੇਪਰ ਆ ਜਾਏ ਰਿਵੀਜ਼ਨ ਕਰਨ ਦੇ ਵਿੱਚ ਆਸਾਨੀ ਹੋਵੇ। ਰੋਜ਼ ਦੀ ਰੋਜ਼ ਤਾਂ ਆਪਾਂ ਇੱਕ ਅੱਧੀ ਸਟੇਟ ਰੱਖਦੇ ਹਾਂ, ਦੁਬਾਰਾ ਵੀ 1-2 ਦਿਨਾਂ ਬਾਅਦ ਉਸ ਸਟੇਟ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤਾਂ ਆਪਾਂ ਦੁਬਾਰੇ ਉਸ ਦੇ ਅਬਾਊਟ ਸਕੀਮ, ਨੈਸ਼ਨਲ ਪਾਰਕ, ਉਸ ਦੇ CM, ਕੈਪੀਟਲ ਵਗੈਰਾ ਜੋ ਵੀ ਉੱਥੇ ਇੰਪੋਰਟੈਂਟ ਹੁਣ ਰੀਸੈਂਟ ਨਿਊਜ਼ ਦੇ ਵਿੱਚ ਹੁੰਦਾ ਉਹ ਆਪਾਂ ਡਿਸਕਸ ਕਰ ਹੀ ਲੈਂਦੇ ਹਾਂ ਨਾਲ ਦੀ ਨਾਲ, ਤਾਂ ਕਰਕੇ ਜੋ ਤੁਹਾਨੂੰ ਈਜ਼ੀ ਹੋ ਜੇ, ਠੀਕ ਹੈ। ਇਸ ਤਰ੍ਹਾਂ ਜੇ ਤੁਸੀਂ ਰੋਜ਼ ਦੀ ਰੋਜ਼ ਲੈਕਚਰ ਸੁਣੋਗੇ ਤਾਂ ਤੁਹਾਡੇ ਲਈ ਬਹੁਤ ਈਜ਼ੀ ਹੈ, ਪਰ ਜੇ ਤੁਸੀਂ ਕਲਾਸ ਇੱਕ ਦਿਨ ਵੀ ਸਕਿਪ ਕਰਤੀ ਹੈ ਸਮਝ ਲਓ ਵੀ ਕੰਮ ਖਰਾਬ ਹੈ। ਕਈ ਵਾਰੀ ਤਾਂ ਜਦੋਂ ਕਲਾਸ ਆਉਂਦੀ ਨਹੀਂ ਕੋਈ ਗੱਲ ਨਹੀਂ, ਜਦੋਂ ਵੀ ਆਉਂਦੀ ਹੈ, ਠੀਕ ਹੈ, ਮੈਂ 2 ਦਿਨ ਦੇ ਜੋ ਕਰੰਟ ਅਫੇਅਰ ਨੇ ਉਹ ਇਕੱਠੇ ਹੀ ਕਰ ਦਿੰਦਾ, ਕੋਈ ਗੱਲ ਨਹੀਂ। ਤੁਹਾਡਾ ਜਿਹੜਾ ਹੈਗਾ ਕਰੰਟ ਅਫੇਅਰ ਨਹੀਂ ਰਹੂਗਾ, ਪਰ ਜਿਹੜੇ ਹੈਗੇ ਆ ਤੁਸੀਂ ਜ਼ਰੂਰ ਬਣੇ ਰਹੋ, ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ। ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਮੈਨੂੰ ਹੌਸਲਾ ਮਿਲਦਾ ਵੀ ਹਾਂ ਯਾਰ ਮੈਂ ਮਿਹਨਤ ਕਰ ਰਿਹਾ ਤਾਂ ਕੋਈ ਨਾ ਕੋਈ ਦੇਖ ਰਿਹਾ ਅਤੇ ਉਸ ਨੂੰ ਫਾਇਦਾ ਵੀ ਮਿਲ ਰਿਹਾ। ਕਿਰਪਾ ਕਰਕੇ ਜਿਹੜੇ ਹੈਗਾ ਥੋੜ੍ਹੀ ਜਿਹੀ ਹੌਸਲਾ ਅਫਜ਼ਾਈ ਜ਼ਰੂਰ ਕਰਦਾ ਕਰੋ, ਬਸ ਆਪਾਂ ਨੂੰ ਇਹੀ ਚਾਹੀਦਾ। ਅਤੇ ਇਸ ਲੈਕਚਰ ਦਾ ਜੋ PDF ਤੁਹਾਨੂੰ ਟੈਲੀਗ੍ਰਾਮ 'ਤੇ ਮਿਲ ਜਾਏਗਾ। ਹੁਣ ਤੱਕ ਦੇ ਜਿੰਨੇ ਵੀ ਜੋ PDF ਆਪਣੇ ਬਣੇ ਆ ਉਹ ਆਪਾਂ ਟੈਲੀਗ੍ਰਾਮ 'ਤੇ ਅਪਲੋਡ ਕਰ ਚੁੱਕੇ ਹਾਂ, ਅਤੇ ਤੁਸੀਂ ਮੈਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਜੁਆਇਨ ਕਰ ਸਕਦੇ ਹੋ ਜੀ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਸ ਦਾ ਲਿੰਕ ਹੈ ਤੁਹਾਨੂੰ ਪ੍ਰੋਵਾਈਡ ਹੋ ਜਾਏਗਾ। ਅਤੇ ਅੱਜ ਦੇ ਜੋ ਕੁਐਸਚਨ ਹੈ ਆਪਾਂ ਉਹ ਪੁੱਟ ਅਪ ਕਰ ਦਿੰਦੇ ਹਾਂ ਵੀ ਕਿਹੜੇ ਕੁਐਸਚਨ ਆਪਾਂ ਪੁੱਛੀਏ। ਇੱਕ ਤਾਂ ਦੱਸ ਦਿਓ ਜੋ ਫਾਰਮੇਸ਼ਨ ਹੈ KYIC ਦੀ, ਯਾਨੀ ਕਿ ਜੋ ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ ਹੈ, ਠੀਕ ਹੈ ਜੀ, ਇਸ ਦੀ ਫਾਰਮੇਸ਼ਨ ਕਿੰਨੇ ਦੇ ਵਿੱਚ ਹੋਈ ਅਤੇ ਇਹ ਕਿਸ ਟਾਈਪ ਦੀ ਬਾਡੀ ਹੈ, ਠੀਕ ਹੈ, ਕਿਸ ਟਾਈਪ ਦੀ ਬਾਡੀ ਦੇਖਣ ਨੂੰ ਮਿਲਦੀ ਹੈ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਦਿਓ। ਅਤੇ ਇਹ ਕਿਹੜੀ ਮਿਨਿਸਟਰੀ ਅੰਡਰ ਪੈਂਦੀ ਹੈ ਇਹ ਵੀ ਲਿਖ ਦਿਓ, ਕਿਹੜੀ ਮਿਨਿਸਟਰੀ ਅੰਡਰ ਪੈਂਦੀ ਹੈ ਅਤੇ ਕਿਸ ਟਾਈਪ ਦੀ ਬਾਡੀ ਹੈ ਅਤੇ ਇਸ ਦੀ ਫਾਰਮੇਸ਼ਨ ਕਿੰਨੇ ਦੇ ਵਿੱਚ ਹੋਈ, ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣਾ ਜੀ। ਅਤੇ ਇੱਕ ਮੈਂ ਤੁਹਾਨੂੰ ਪੁੱਛ ਹੀ ਚੁੱਕਿਆ ਜੋ ਨਿਊਜ਼ੀਲੈਂਡ ਦੇ PM ਕੌਣ ਬਣਿਆ, ਸੈਕਿੰਡ ਟਾਈਮ ਬਣਿਆ, ਅਤੇ ਇਹਨਾਂ ਦਾ ਜੋ ਪੀਰੀਅਡ ਹੈ, ਠੀਕ ਹੈ, ਮੈਂ ਤੁਹਾਨੂੰ ਦੱਸ ਹੀ ਦਿੰਦਾ, ਜੋ 3 ਈਅਰ ਦਾ ਦੇਖਣ ਨੂੰ ਮਿਲਦਾ, ਠੀਕ ਹੈ, 3 ਸਾਲਾਂ ਦੇ ਬਾਅਦ ਦੁਬਾਰਾ ਇਹਨਾਂ ਦੀਆਂ ਇਲੈਕਸ਼ਨ ਦੇਖਣ ਨੂੰ ਮਿਲਦੀਆਂ। ਅਤੇ ਨਿਊਜ਼ੀਲੈਂਡ ਦੇ ਜੋ PM ਹੈ ਸੈਕਿੰਡ ਟਾਈਮ ਕੌਣ ਚੁਣੇ ਗਿਆ ਉਹਨਾਂ ਦਾ ਨਾਮ ਹੈ, ਜੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਦਿਓ। ਅਤੇ ਜੋ ਤਾਮਿਲਨਾਡੂ ਹੈ, ਤਾਮਿਲਨਾਡੂ ਦੇ CM ਕੌਣ ਦੇਖਣ ਨੂੰ ਮਿਲਦੇ ਆ ਇਹਨਾਂ ਦਾ ਨਾਮ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਦਿਓ। ਅਤੇ ਇੱਕ ਆਪਾਂ ਹੋਰ ਦੇਖ ਲੈਂਦੇ ਹਾਂ ਜੋ ਆਪਾਂ ਦੇਖਿਆ ਸੀ ਰਾਸ਼ਟਰੀ ਕਾਮਧੇਨੂ ਹੈ, ਠੀਕ ਹੈ ਜੀ, ਰਾਸ਼ਟਰੀ ਕਾਮਧੇਨੂ ਆਯੋਗ ਹੈ, ਜੋ ਇਸ ਦੀ ਜੋ ਫਾਰਮੇਸ਼ਨ ਕਿੰਨੇ ਦੇ ਵਿੱਚ ਹੋਈ ਸੀ ਇਹ ਵੀ ਅੱਜ ਦੇ ਲੈਕਚਰ ਦੇ ਵਿੱਚ ਮੈਂ ਦੱਸਿਆ ਗਾ। ਜੇ ਤੁਸੀਂ ਲੈਕਚਰ ਬੜਾ ਧਿਆਨ ਨਾਲ ਸੁਣਿਆ ਹੋਊ, ਇੱਕ ਗੱਲ ਨੂੰ ਧਿਆਨ ਨਾਲ ਸੁਣਿਆ ਹੋਊਗਾ, ਤਾਂ ਤੁਸੀਂ ਇਹ ਕੁਐਸਚਨ ਨਾ ਜਦੋਂ ਮੈਂ ਪੁੱਛਦਾ ਨਾਲ ਦੀ ਨਾਲ ਤੁਹਾਡੇ ਦਿਮਾਗ ਦੇ ਵਿੱਚ ਵੱਜਣੇ ਚਾਹੀਦੇ ਆ। ਅੱਛਾ ਆਹ ਪੁੱਛਿਆ, ਠੀਕ ਹੈ, ਇਸ ਦਾ ਆਨਸਰ ਇਹ ਹੈ, ਅਤੇ ਨਾਲ ਦੀ ਨਾਲ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਨਾਲ ਦੀ ਨਾਲ ਲਿਖਦੇ ਜਾਓ, ਤੁਹਾਨੂੰ ਹੀ ਈਜ਼ੀ ਹੈ। ਅਤੇ ਚਲੋ ਜੀ ਇਹ ਸੀਗਾ ਆਪਣਾ ਅੱਜ ਦਾ ਲੈਕਚਰ, ਅਤੇ ਇਹਨਾਂ ਤੁਹਾਡਾ ਕੀਮਤੀ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ। ਫਿਰ ਇੱਕ ਵਾਰ ਫਿਰ ਤੋਂ
ਲੋਹੜੀ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ। ਅਤੇ ਇਹ ਲੋਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰੀ ਰਹੇ। ਜਿਸ ਵੀ ਤੁਸੀਂ ਨੌਕਰੀ ਦਾ ਪ੍ਰਿਪੇਰੇਸ਼ਨ ਕਰ ਰਹੇ ਹੋ ਉਹ ਇਸ ਸਾਲ ਦੇ ਵਿੱਚ ਤੁਹਾਨੂੰ ਅਚੀਵ ਹੋ ਜੇ ਤੁਹਾਡੀ ਮਿਹਨਤ ਸਦਕਾ। ਚਲੋ ਜੀ, ਥੈਂਕ ਯੂ।